ਸਰਕਾਰਾਂ ਦੇ ਏਜੰਡੇ ਦੇ ਉੱਤੇ ਕਦੇ ਵੀ ਸਿਹਤ ਤੇ ਸਿੱਖਿਆ ਜਿਹੜੇ ਰਹਿਣੇ ਚਾਹੀਦੇ ਸੀਗੇ ਉਹ ਪਿਛਲੇ ਦੌਰ 'ਚ ਨਹੀਂ ਰਹੇ। ਗਰੀਬ ਬੰਦਾ ਗਰੀਬ ਬੱਚਾ ਨਾ ਜਾ ਕੇ ਮਹਿੰਗੀ ਯੂਨੀਵਰਸਿਟੀ 'ਚ ਪੜ੍ਹ ਸਕਦਾਗਾ ਜਿਹੜੀ ਪ੍ਰਾਈਵੇਟ ਆ, ਤੇ ਨਾ ਹੀ ਇੱਕ ਗਰੀਬ ਬੰਦਾ ਜਾ ਕੇ ਮਹਿੰਗੇ ਹਸਪਤਾਲਾਂ 'ਚ ਇਲਾਜ ਕਰ ਸਕਦਾ। ਮੋਦੀ ਸਰਕਾਰ ਨੇ ਇੰਨੇ ਵੱਡੇ ਸੰਕਟ ਦੇ ਬਾਵਜੂਦ 1 ਰੁਪਏ ਦਾ ਵੀ ਅਜੇ ਤੱਕ ਕੋਈ ਐਲਾਨ ਨਹੀਂ ਕੀਤਾ। ਨਾਲ ਮੋਦੀ ਸਰਕਾਰ ਨੂੰ ਰਾਜਾਂ ਨੂੰ ਪੈਕੇਜ ਦੇਣ ਦੀ ਲੋੜ ਆ, ਪਰ ਇਹ ਨਹੀਂਗਾ ਕਿ ਉਹਨਾਂ ਤੇ ਜਿਹੜੀਆਂ ਦੂਜੀਆਂ ਸਰਕਾਰਾਂ ਨੇ ਉਹ ਸੁੱਤੀਆਂ ਰਹਿਣ। ਇਲੈਕਸ਼ਨਾਂ ਤਾਂ ਇਹਨਾਂ ਲਈ ਜਦੋਂ ਆ ਜਾਂਦੀਆਂ ਨੇ ਪੂਰੀ ਦੁਨੀਆ 'ਚ ਇਹ ਖੂਹ 'ਚ ਪੈ ਜੇ ਜਾ ਕੇ, ਇਹਨਾਂ ਨੂੰ ਲੱਗਦਾ ਸਾਡੀਆਂ ਚੋਣਾਂ ਇੰਪੋਰਟੈਂਟ ਨੇ। ਕੀ ਤੁਹਾਨੂੰ ਲੱਗਦਾ ਕਿ ਜਿਹੜਾ 20 ਲੱਖ ਕਰੋੜ ਦਾ ਪੈਕੇਜ ਸੀ ਜਿਹੜਾ ਭਾਰਤ ਸਰਕਾਰ ਨੇ ਜਾਰੀ ਕੀਤਾ ਸੀ ਉਹ ਉਹਨਾਂ ਲੋਕਾਂ ਤੱਕ ਪਹੁੰਚ ਸਕਿਆ ਜਿਨ੍ਹਾਂ ਤੱਕ ਪਹੁੰਚਾਉਣਾ ਚਾਹੀਦਾ ਸੀ? ਮੈਨੂੰ ਤਾਂ ਲੱਗਦਾ ਨਹੀਂ ਹੈਗਾ। ਤੁਸੀਂ ਸਾਰੇ ਹਸਪਤਾਲ, ਸਾਰੇ ਯੂਨੀਵਰਸਿਟੀਆਂ ਅਡਾਨੀ ਬਾਨੀ ਨੂੰ ਦੇ ਦਿਓ, ਫਿਰ ਸਰਕਾਰ ਵੀ ਅਡਾਨੀ ਬਾਨੀ ਚਲਾ ਲੈਣ। ਫਿਰ ਮੋਦੀ ਦੀ ਕੀ ਲੋੜ ਆ, ਸਰਕਾਰ ਦੀ ਕੀ ਲੋੜ ਆ, ਕੈਪਟਨ ਦੀ ਕੀ ਲੋੜ ਆ, ਕੇਜਰੀਵਾਲ ਦੀ ਕੀ ਲੋੜ ਆ? ਇਹ ਕੋਈ ਕਿਸੇ ਨੇ ਪੂੰਜੀ ਦਾ ਹਿਸਾਬ ਲਾਇਆ ਸੀ ਕਿ ਬੰਗਾਲ ਦੀਆਂ ਚੋਣਾਂ ਦੇ ਅੰਦਰ ਜਿੰਨੇ ਪੈਸੇ ਖਰਚ ਹੋਏ ਨੇ ਇਹਨੇ ਨਾਲ ਤਾਂ 10 ਏਮਜ਼ ਖੁੱਲ੍ਹ ਜਾਂਦੇ ਦੇਸ਼ 'ਚ। ਸਾਡੇ ਜਿਹੜੇ ਅੱਜ ਤੋਂ ਪਹਿਲਾਂ ਸਰਕਾਰੀ ਹਸਪੀਟਲ ਹੁੰਦੇ ਸੀਗੇ ਉਹਨਾਂ ਦੇ ਪ੍ਰਬੰਧ ਠੀਕ ਹੁੰਦੇ ਸੀ, ਹੁਣ ਜ਼ਿਆਦਾ ਬੁਰਾ ਹਾਲ ਹੈਗਾ ਉਹਨਾਂ ਦਾ। ਤੁਹਾਨੂੰ 20 ਲੱਖ ਦੇ ਇਲਾਜ ਦੀ ਲੋੜ ਪੈ ਜੇ, ਜੇ ਸਰਕਾਰੀ ਹਸਪਤਾਲ ਕਰਦਾ ਹੋਵੇ ਤੁਸੀਂ ਉੱਥੇ ਜਾਓਗੇ ਜਾਂ ਫੋਰਟੀ ਜਾ ਕੇ ਕਰਾ ਸਕਦੇ ਹੋ। ਜੇ ਕਰੋਨਾ 'ਚ ਅੱਜ ਵਿਚਾਰੇ ਅੱਜ ਫੋਨ ਸਾਨੂੰ ਆਉਂਦੇ ਨੇ ਜੀ ਸਾਡੇ ਅਸੀਂ ਖੜੇ ਆ ਜੀ 10 ਲੱਖ ਰੁਪਇਆ ਲਾਸ਼ ਲੈਣ ਦਾ ਮੰਗ ਰਹੇ ਆ। ਤੁਸੀਂ ਤੇ ਵਰਲਡ ਬੈਂਕ ਦੇ ਸਾਹਮਣੇ, IMF ਦੇ ਸਾਹਮਣੇ ਗੋਡੇ ਟੇਕ ਤੇ ਅਮਰੀਕਾ ਦੇ ਸਾਹਮਣੇ ਕਿ ਜੋ ਕਹਿ ਰਹੇ ਨੇ ਮਾਡਲ ਪੂਰੀ ਦੁਨੀਆ ਦਾ ਉਹੀ ਹੋਊਗਾ। ਲੀਡਰ ਸ਼ਰਮ ਮੰਨਣੋਂ ਹਟ ਕੇ ਸ਼ਰਮ ਲਾਤੀ ਉਹਨਾਂ। ਇੱਕ ਸ਼ਰਮ ਮੰਨਦੇ ਸੀ ਯਾਰ ਸਾਡੇ ਇਲਾਕੇ ਦੇ ਅੰਦਰ ਸਾਡੇ ਮੈਨੂੰ ਐਂ ਨਾ ਕਹਿ ਦੇ ਕੋਈ, ਮੈਨੂੰ ਐਂ ਨਾ ਕਹਿ ਦੇ ਕੋਈ। ਜੇ ਤੁਹਾਡੇ 'ਚ ਜੁਰਤ ਹੋਵੇ, ਤੁਹਾਨੂੰ ਮੰਨਦੇ ਹੋਣ ਲੀਡਰ, ਅੱਜ ਕਰੋਨਾ 'ਚ ਕੋਈ ਨਿਕਲ ਕੇ ਲੜੇ ਲੋਕਾਂ ਲਈ, ਲੋਕ ਲੀਡਰ ਮੰਨ ਲੈਣਗੇ। ਪ੍ਰਸ਼ਾਂਤ ਕਿਸ਼ੋਰ ਨੂੰ ਦੇ ਦੇਣਗੇ 100 ਕਰੋੜ ਰੁਪਇਆ, ਹੁਣ ਨਹੀਂ ਕੁਛ ਕਰਨਗੇ। ਕਰੋਨਾ ਦੀ ਦੂਜੀ ਲਹਿਰ ਨੂੰ ਪਹਿਲਾਂ ਨਾਲੋਂ ਵੀ ਖਤਰਨਾਕ ਦੱਸਿਆ ਜਾ ਰਿਹਾ ਹੈ, ਜਿਸ ਨੂੰ ਦੇਖਦੇ ਹੋਏ ਦਿੱਲੀ ਦੇ CM ਅਰਵਿੰਦ ਕੇਜਰੀਵਾਲ ਦੇ ਵੱਲੋਂ ਗਰੀਬਾਂ ਤੇ ਮਜ਼ਦੂਰਾਂ ਦੇ ਲਈ ਵੱਡੇ ਐਲਾਨ ਕੀਤੇ ਗਏ ਨੇ ਕਿ ਉਹਨਾਂ ਦੇ ਐਲਾਨਾਂ ਤੋਂ ਬਾਅਦ ਕੇਂਦਰ ਸਰਕਾਰ ਤੇ ਸੂਬੇ ਦੀਆਂ ਸਰਕਾਰਾਂ ਵੀ ਇਸ ਤੋਂ ਸੇਧ ਲੈਣਗੀਆਂ। ਇਸੇ ਬਾਰੇ ਹੀ, ਇਸੇ ਮੁੱਦੇ ਨੂੰ ਹੀ ਅੱਜ ਡੀਕੋਡ ਕਰਾਂਗੇ। ਸਾਡੇ ਖਾਸ ਪ੍ਰੋਗਰਾਮ ਰਾਜਨੀਤੀ ਡੀਕੋਡ ਦੇ ਵਿੱਚ ਚਰਚਾ ਕਰਨ ਦੇ ਲਈ ਸਾਡੇ ਨਾਲ ਜੁੜੇ ਨੇ ਪ੍ਰੋ ਪੰਜਾਬ TV ਦੇ ਸੰਪਾਦਕ ਯਾਦਵਿੰਦਰ ਸਿੰਘ, ਤੇ ਉਹਨਾਂ ਦੇ ਨਾਲ ਹੀ ਗੱਲਬਾਤ ਕਰਦੇ ਹਾਂ। ਤਾਂ ਯਾਦਵਿੰਦਰ, ਅਰਵਿੰਦ ਕੇਜਰੀਵਾਲ ਦੇ ਵੱਲੋਂ ਵੱਡੇ ਐਲਾਨ ਕਰ ਦਿੱਤੇ ਗਏ ਨੇ। ਪਿਛਲੇ ਸਾਲ ਵੀ ਉਹਨਾਂ ਦੇ ਵੱਲੋਂ ਵੱਡੇ ਐਲਾਨ ਕੀਤੇ ਗਏ ਸਨ। ਗਰੀਬਾਂ ਤੇ ਮਜ਼ਦੂਰਾਂ ਨੂੰ ਮੁਫਤ ਰਾਸ਼ਨ ਦੇਣ ਦੀ ਗੱਲ ਉਹਨਾਂ ਨੇ ਆਖ ਦਿੱਤੀ ਹੈ। ਕੀ ਕਹਿਣਾ ਚਾਹੋਗੇ ਉਹਨਾਂ ਦੇ ਇਸ ਐਲਾਨ ਤੋਂ? ਦੇਖੋ, ਪਹਿਲੀ ਗੱਲ ਤਾਂ ਇਹ ਕਿ ਜਿਵੇਂ ਆਪਾਂ ਕਹਿੰਦੇ ਆ ਕਿ ਹਰ ਚੀਜ਼ ਦੀ ਇੱਕ ਰਾਜਨੀਤੀ ਹੁੰਦੀ ਹੈ ਤੇ ਉਹ ਰਾਜਨੀਤੀ ਨੂੰ ਡੀਕੋਡ ਕਰਨਾ ਸਾਡੇ ਲਈ ਜ਼ਰੂਰੀ ਹੈ। ਸਰਕਾਰਾਂ ਦੇ ਏਜੰਡੇ ਦੇ ਉੱਤੇ ਕਦੇ ਵੀ ਸਿਹਤ ਤੇ ਸਿੱਖਿਆ ਜਿਹੜੇ ਰਹਿਣੇ ਚਾਹੀਦੇ ਸੀਗੇ ਉਹ ਪਿਛਲੇ ਦੌਰ 'ਚ ਨਹੀਂ ਰਹੇ। ਜੇ ਪਿਛਲੇ ਦੌਰ ਤੁਸੀਂ ਕੇਂਦਰ ਸਰਕਾਰ ਦਾ ਤੇ ਸੂਬਾ ਸਰਕਾਰਾਂ ਦੇ ਹੈਲਥ ਦੇ ਬਜਟ ਦੇਖੋਗੇ ਉਹ ਲਗਾਤਾਰ ਘਟਦੇ ਗਏ ਨੇ। ਜਿਵੇਂ ਤੁਸੀਂ 1980 ਤੋਂ ਬਾਅਦ ਖਾਸ ਤੌਰ ਦੇ ਉੱਤੇ ਸਟੱਡੀ ਕਰੋਗੇ, ਬਜਟ ਸਟੱਡੀ ਕਰੋਗੇ, ਯਾਨੀ ਚਾਹੇ ਮਨਮੋਹਨ ਦੀ ਸਰਕਾਰ ਸੀ, ਚਾਹੇ ਮੋਦੀ ਦੀ ਸਰਕਾਰ ਹੈ, ਜਾਂ ਕੈਪਟਨ ਦੀ ਸਰਕਾਰ ਹੈ, ਬਾਦਲ ਦੀ ਸਰਕਾਰ ਹੈ, ਹੋਰ ਜਿੰਨੀਆਂ ਸਰਕਾਰਾਂ ਨੇ ਦੇਸ਼ ਦੇ ਅੰਦਰ, ਉਹਨਾਂ ਨੇ ਲਗਾਤਾਰ ਹੈਲਥ ਤੇ ਐਜੂਕੇਸ਼ਨ 'ਚੋਂ ਆਪਣੇ ਬਜਟ ਘਟਾਏ ਨੇ। ਉਹਦਾ ਕਾਰਨ ਇਹ ਹੈ ਕਿ ਬਹੁਤ ਵੱਡੇ ਪੱਧਰ ਦੇ ਉੱਤੇ ਪ੍ਰਾਈਵੇਟਾਈਜੇਸ਼ਨ ਹੋਇਆ, ਨਿੱਜੀਕਰਨ ਹੋਇਆ, ਜਿਹਨੇ ਆਮ ਬੰਦੇ ਤੋਂ ਸਿਹਤ ਸਹੂਲਤਾਂ ਵੀ ਦੂਰ ਕਰਤੀਆਂ ਤੇ ਸਿੱਖਿਆ ਸਹੂਲਤਾਂ ਵੀ ਦੂਰ ਕਰਤੀਆਂ। ਯਾਨੀ ਇੱਕ ਗਰੀਬ ਬੰਦਾ, ਗਰੀਬ ਬੱਚਾ ਨਾ ਜਾ ਕੇ ਮਹਿੰਗੀ ਯੂਨੀਵਰਸਿਟੀ 'ਚ ਪੜ੍ਹ ਸਕਦਾਗਾ ਜਿਹੜੀ ਪ੍ਰਾਈਵੇਟ ਆ, ਤੇ ਨਾ ਹੀ ਇੱਕ ਗਰੀਬ ਬੰਦਾ ਜਾ ਕੇ ਮਹਿੰਗੇ ਹਸਪਤਾਲਾਂ 'ਚ ਇਲਾਜ ਕਰ ਸਕਦਾ। ਜਿਵੇਂ ਫੋਰਟਿਸ ਆ, ਮੈਕਸ ਆ, ਉੱਥੇ ਕਿੰਨੇ ਬੰਦੇ ਜਾ ਸਕਦੇ ਨੇ। ਇਸ ਕਰਕੇ ਜ਼ਰੂਰੀ ਤਾਂ ਇਹ ਸੀਗਾ ਕਿ ਇਹ ਹੁੰਦਾ, ਪਰ ਇਹ ਨਹੀਂ ਹੋਇਆ। ਉਦੋਂ ਵੱਡੀ ਤਰਾਸਦੀ ਕੀ ਹੈ ਕਿ ਮੋਦੀ ਸਰਕਾਰ ਨੇ ਪਿਛਲੀ ਵਾਰ 20,000 ਕਰੋੜ ਰੁਪਏ ਦਾ ਜਿਹੜਾ ਇੱਕ ਪੈਕੇਜ ਐਲਾਨ ਕੀਤਾ, ਤੇ ਇਸ ਵਾਰ ਤਾਂ ਸੰਕਟ ਉਦੋਂ ਜ਼ਿਆਦਾ ਇਸ ਵਾਰ ਹੋਣਾ ਚਾਹੀਦਾ ਸੀ। ਪਰ ਅੱਜ ਜਿਹੜਾ ਅਰਵਿੰਦ ਕੇਜਰੀਵਾਲ ਨੇ ਫੈਸਲਾ ਲਿਆ ਹੈ, ਸਿਆਸਤ ਤੋਂ ਪਰਾਂ ਹੋ ਕੇ ਇਸ ਟਾਈਮ ਐਲਾਨ ਕਰਨ ਦੀ ਲੋੜ ਆ। ਕੁਝ ਕੈਪਟਨ ਸਰਕਾਰ ਨੂੰ ਵੀ, ਬਾਕੀ ਸਰਕਾਰਾਂ ਨੂੰ ਵੀ, ਮੋਦੀ ਸਰਕਾਰ ਨੂੰ ਵੀ। ਅਰਵਿੰਦ ਕੇਜਰੀਵਾਲ ਨੇ ਇੱਕ ਚੰਗੀ ਸ਼ੁਰੂਆਤ ਕੀਤੀ ਹੈ, ਚਾਹੇ ਟੈਕਸੀਆਂ ਵਾਲਿਆਂ ਨੂੰ, ਰਿਕਸ਼ੇ ਵਾਲਿਆਂ ਨੂੰ, ਹੋਰ ਬਹੁਤ ਸਾਰੀਆਂ ਸਹੂਲਤਾਂ ਤੇ ਪੈਸੇ, ਡਾਇਰੈਕਟ ਪੈਸੇ ਵੀ ਦਿੱਤੇ ਉਹਨਾਂ ਨੇ। ਹਾਲਾਂਕਿ ਦਿੱਲੀ ਛੋਟੀ ਸਟੇਟ ਆ, ਉੱਥੇ ਚੀਜ਼ਾਂ ਨੂੰ ਆਰਗੇਨਾਈਜ਼ ਕਰਨਾ ਸੌਖਾ, ਆਬਾਦੀ ਜਿਹੜੀ ਆ ਉਸ ਤਰੀਕੇ ਨਾਲ ਆ, ਜਾਂ ਕਹੀਏ ਦਿੱਲੀ ਦਾ ਆਮਦਨ ਬਹੁਤ ਹੈ ਤੇ ਆਬਾਦੀ ਉਸ ਹਿਸਾਬ ਨਾਲ ਨਹੀਂ ਹੈ। ਜਿਵੇਂ ਪੰਜਾਬ ਦੇ ਅੰਦਰ ਉਨੀ ਆਮਦਨ ਨਹੀਂ ਹੈਗੀ ਜਿੰਨੀ ਜਿਸ ਹਿਸਾਬ ਦੀ ਆਬਾਦੀ ਹੈ। ਪਰ ਸਰਕਾਰਾਂ ਨੂੰ ਆਪਣੇ ਪ੍ਰਾਇਓਰਿਟੀ ਕੀ ਹੋਣੀ ਚਾਹੀਦੀ ਆ, ਏਜੰਡੇ ਤੇ ਕੀ ਹੋਣਾ ਚਾਹੀਦਾ? ਪ੍ਰਾਇਓਰਿਟੀ ਇਹ ਹੋਣੀ ਚਾਹੀਦੀ ਹੈ, ਯਾਨੀ ਸਰਕਾਰਾਂ ਦੇ
ਨੂੰ ਬੁਨਿਆਦੀ ਜਿਹੜੇ ਮਸਲੇ ਨੇ ਉਹਨਾਂ ਦੇ ਉੱਤੇ ਜ਼ਿਆਦਾ ਇਸ ਟਾਈਮ ਪੈਸਾ ਖਰਚ ਕਰਨ ਦੀ ਲੋੜ ਆ। ਔਰ ਲੋਕ ਉਮੀਦ ਕਰ ਰਹੇ ਨੇ ਮੋਦੀ ਸਰਕਾਰ, ਮੈਂ ਹੈਰਾਨ ਆ ਕਿ ਮੋਦੀ ਸਰਕਾਰ ਨੇ ਇੰਨੇ ਵੱਡੇ ਸੰਕਟ ਦੇ ਬਾਵਜੂਦ 1 ਰੁਪਏ ਦਾ ਵੀ ਅਜੇ ਤੱਕ ਕੋਈ ਐਲਾਨ ਨਹੀਂ ਕੀਤਾ ਗਾ। ਹਾਲਾਂਕਿ ਗਰੀਬਾਂ ਨੂੰ ਭੋਜਨ ਦੇਣ ਦੀ ਗੱਲ, ਹੋਰ ਚੀਜ਼ਾਂ ਹੋਈਆਂ ਨੇ, ਪਰ ਜਿਸ ਤਰੀਕੇ ਦੇ ਨਾਲ ਐਲਾਨ ਕਰਨ ਦੀ ਕੇਂਦਰ ਸਰਕਾਰ ਦੇਖੋ ਧੁਰਾ ਹੁੰਦੀ ਹੈ। ਬਾਕੀ ਸਰਕਾਰਾਂ ਨੂੰ ਵੀ ਕੇਂਦਰ ਸਰਕਾਰ ਨੇ ਹੀ ਦੇਣਾ ਹੁੰਦਾ। ਦੁਨੀਆ ਭਰ ਦੀਆਂ ਸਰਕਾਰਾਂ ਦੇਖ ਲਓ, ਆਸਟ੍ਰੇਲੀਆ 'ਚ ਦੇਖ ਲਓ, ਯੂਰਪ 'ਚ ਦੇਖ ਲਓ, ਅਮਰੀਕਾ 'ਚ ਦੇਖ ਲਓ, ਉੱਥੋਂ ਦੀਆਂ ਫੈਡਰਲ ਗਵਰਨਮੈਂਟਸ ਨੇ ਹੀ ਪੈਸੇ ਦਿੱਤੇ, ਫਿਰ ਥੱਲੇ ਪੈਸੇ ਗਏ, ਰਾਜਾਂ ਤੱਕ ਜਾਂਦੇ ਆ। ਇਸੇ ਤਰੀਕੇ ਦੇ ਨਾਲ ਮੋਦੀ ਸਰਕਾਰ ਨੂੰ ਰਾਜਾਂ ਨੂੰ ਪੈਕੇਜ ਦੇਣ ਦੀ ਲੋੜ ਆ। ਪਰ ਇਹ ਨਹੀਂਗਾ ਕਿ ਉਹਨਾਂ ਤੇ ਜਿਹੜੀਆਂ ਦੂਜੀਆਂ ਸਰਕਾਰਾਂ ਨੇ ਉਹ ਸੁੱਤੀਆਂ ਰਹਿਣ। ਇਹ ਸੌਣ ਦਾ ਸਮਾਂ ਨਹੀਂ ਹੈ, ਨਾ ਕੈਪਟਨ ਸਰਕਾਰ ਲਈ, ਨਾ ਮਮਤਾ ਸਰਕਾਰ ਲਈ, ਨਾ ਜਿਹੜਾ ਹੋਰ ਥਾਵਾਂ ਦੇ ਉੱਤੇ ਜਿੱਥੇ ਇੱਥੇ ਸਰਕਾਰਾਂ ਨੇ ਬਾਕੀ ਦੀਆਂ, ਨਵੀਨ ਪਟਨਾਇਕ ਦੀਆਂ ਹੋਰ ਨੇ, ਇਹਨਾਂ ਸਾਰੀਆਂ ਸਰਕਾਰਾਂ ਨੂੰ, ਔਰ ਬੀਜੇਪੀ ਦੀਆਂ ਸਰਕਾਰਾਂ, ਮੰਨ ਲਓ ਹਿਮਾਚਲ ਪ੍ਰਦੇਸ਼ ਬੀਜੇਪੀ ਦੀ ਸਰਕਾਰ ਆ, ਕਾਂਗਰਸ ਦੀਆਂ ਸਰਕਾਰਾਂ ਨੇ, ਰਾਜਸਥਾਨ 'ਚ ਆ, ਇਹ ਸਾਰੇ ਥਾਵਾਂ ਦੇ ਉੱਤੇ ਇੱਕ ਵੱਡੇ ਕਦਮ ਇਸ ਟਾਈਮ ਪੁੱਟਣ ਦੀ ਲੋੜ ਹੈ। ਔਰ ਸਿਹਤ 'ਚ ਖਾਸ ਤੌਰ ਦੇ ਉੱਤੇ ਇੱਕ ਬੁਨਿਆਦੀ ਢਾਂਚੇ ਲਈ ਵੀ ਇਨਵੈਸਟ ਕਰਨ ਦੀ ਲੋੜ ਆ। ਉਹ ਜਿਹੜਾ ਪਹਿਲਾਂ ਵੀ ਮੈਨੂੰ ਤਾਂ ਲੱਗਦਾ ਜਿਹੜੇ ਪਹਿਲਾਂ ਕਰੋਨਾ ਆਇਆ ਉਦੋਂ ਚਾਹੀਦਾ ਸੀ, ਜਿਹੜੇ ਬੈੱਡਾਂ ਦੀ ਕਦੇ ਸੋਚੇ ਹੀ ਨਹੀਂ ਸੀ ਇਹਨਾਂ ਨੇ, ਆਕਸੀਜਨ ਦਾ ਵੀ ਸੰਕਟ ਖੜਾ ਹੋ ਜਾਊਗਾ। ਤਾਂ ਇਹ ਸਾਰੀਆਂ ਚੀਜ਼ਾਂ ਨੂੰ ਚਿੰਨ੍ਹਿਤ ਕਰਨ ਦੀ ਲੋੜ ਸੀ, ਇਹਨਾਂ ਨੂੰ ਚਿੰਨ੍ਹਿਤ ਕਰਕੇ ਇਸ ਟਾਈਮ ਉਹ ਪ੍ਰਬੰਧ ਹੋਣੇ ਚਾਹੀਦੇ ਸੀ। ਪਰ ਸਾਡੇ ਲੀਡਰ ਕਾਹਦੇ 'ਚ ਬਿਜੀ ਸੀ? ਇਲੈਕਸ਼ਨਾਂ 'ਚ ਬਿਜੀ ਸੀ। ਇਲੈਕਸ਼ਨਾਂ ਤਾਂ ਇਹਨਾਂ ਲਈ ਜਦੋਂ ਆ ਜਾਂਦੀਆਂ ਨੇ, ਪੂਰੀ ਦੁਨੀਆ ਚਾਹੇ ਖੂਹ 'ਚ ਪੈ ਜੇ ਜਾ ਕੇ, ਇਹਨਾਂ ਨੂੰ ਲੱਗਦਾ ਸਾਡੀਆਂ ਚੋਣਾਂ ਇੰਪੋਰਟੈਂਟ ਨੇ, ਸਾਡਾ ਜਿੱਤਣਾ ਇੰਪੋਰਟੈਂਟ ਆ, ਸਾਡਾ ਰਾਜ ਕਰਨਾ ਇੰਪੋਰਟੈਂਟ ਆ, ਅਸੀਂ ਪੈਸੇ ਇਕੱਠੇ ਕਰ ਲਈਏ। ਇਹ ਜਿਹੜਾ ਇਹਨਾਂ ਦਾ ਰਵੱਈਆ ਹੈਗਾ ਇੰਡੀਅਨ ਡੈਮੋਕ੍ਰੇਸੀ ਦੇ ਅੰਦਰ ਪੋਲੀਟੀਕਲ ਪਾਰਟੀਆਂ ਦਾ, ਇਹ ਬਹੁਤ ਸ਼ਰਮਨਾਕ ਆ। ਔਰ ਇਹ ਕਿਸੇ ਇੱਕ ਪਾਰਟੀ ਦਾ ਨਹੀਂ ਹੈਗਾ ਵੀ ਇਹ ਕਾਂਗਰਸ ਦਾ ਜਾਂ ਬੀਜੇਪੀ ਦਾ, ਸਾਰੀਆਂ ਪਾਰਟੀਆਂ ਤੁਸੀਂ ਦੇਖੋਗੇ। ਮੈਨੂੰ ਲੱਗਦਾ ਵਧੀਆ, ਚਲੋ ਰਾਹੁਲ ਨੇ ਪਹਿਲਾਂ ਹੀ ਉੱਥੇ ਕਹਿਤਾ ਸੀਗਾ ਕਿ ਮੈਂ ਰੈਲੀਆਂ ਨਹੀਂ ਕਰਾਂਗਾ। ਕਾਂਗਰਸ ਨੇ ਆਪਣੀਆਂ ਰੈਲੀਆਂ ਸਭ ਤੋਂ ਪਹਿਲਾਂ ਬੰਗਾਲ 'ਚ ਰੱਦ ਕੀਤੀਆਂ, ਉਸ ਤੋਂ ਬਾਅਦ ਮਮਤਾ ਨੇ ਫੈਸਲਾ ਲਿਆ ਸੀ ਕਲਕੱਤੇ 'ਚ ਅਸੀਂ ਨਹੀਂ ਕਰਾਂਗੇ। ਤੇ ਪਰ ਬਾਅਦ 'ਚੋਂ ਅਸੀਂ ਦੇਖ ਰਹੇ ਹਾਂ, ਇੱਕ ਪਾਸੇ ਪ੍ਰਧਾਨ ਮੰਤਰੀ ਕਹਿ ਰਹੇ ਨੇ ਕਰੋਨਾ ਤੋਂ ਬਚੋ, ਕਰੋਨਾ ਤੋਂ ਬਚੋ, ਬੀਜੇਪੀ ਦੇ ਵੱਡੇ ਵੱਡੇ ਲੀਡਰ ਬਿਆਨ ਦੇ ਰਹੇ ਨੇ, ਸਿਹਤ ਮੰਤਰੀ ਬਿਆਨ ਦੇ ਰਹੇ ਨੇ, ਦੂਜੇ ਪਾਸੇ ਉਸੇ ਪਾਰਟੀ ਦੇ ਲੀਡਰ ਬੰਗਾਲ 'ਚ ਜਾ ਕੇ ਵੱਡੇ ਵੱਡੇ ਇਕੱਠ ਕਰ ਰਹੇ ਨੇ। ਤਾਂ ਇੱਥੋਂ ਜਿਹੜਾ ਡਬਲ ਸਟੈਂਡਰਡ ਆ, ਇਹ ਡਬਲ ਸਟੈਂਡਰਡ ਕਰਕੇ ਹੀ ਸਾਡੇ ਦੇਸ਼ ਦੀ ਬਰਬਾਦੀ ਹੁੰਦੀ ਹੈ। ਪਰ ਇਸ ਟਾਈਮ ਸਭ ਤੋਂ ਜ਼ਿਆਦਾ ਇਹਨਾਂ ਚੀਜ਼ਾਂ ਦੇ ਉੱਤੇ ਫੋਕਸ ਕਰਨ ਦੀ ਲੋੜ ਹੈ। ਕੀ ਤੁਹਾਨੂੰ ਲੱਗਦਾ ਕਿ ਜਿਹੜਾ 20 ਲੱਖ ਕਰੋੜ ਦਾ ਪੈਕੇਜ ਸੀ ਜਿਹੜਾ ਭਾਰਤ ਸਰਕਾਰ ਨੇ ਜਾਰੀ ਕੀਤਾ ਸੀ, ਉਹ ਉਹਨਾਂ ਲੋਕਾਂ ਤੱਕ ਪਹੁੰਚ ਸਕਿਆ ਜਿਨ੍ਹਾਂ ਤੱਕ ਪਹੁੰਚਾਉਣਾ ਚਾਹੀਦਾ ਸੀ? ਮੈਨੂੰ ਤਾਂ ਲੱਗਦਾ ਨਹੀਂ ਹੈਗਾ। ਪਰ ਬੇਸਿਕ ਗੱਲ ਤਾਂ ਹੈ, ਇਕੱਲੇ ਪੈਕੇਜ ਦੀ ਗੱਲ ਨਹੀਂ, ਗੱਲ ਹੈ ਇਨਫਰਾਸਟ੍ਰਕਚਰ ਦੀ, ਬੁਨਿਆਦੀ ਢਾਂਚੇ ਦੀ। ਜਿਵੇਂ ਮੈਂ ਤੁਹਾਨੂੰ ਇੱਕ ਜ਼ਿਕਰ ਕਰ ਰਿਹਾ ਹਾਂਗਾ ਕਿ ਤੁਸੀਂ ਦੁਨੀਆ ਦੇ ਅੰਦਰ ਦੇਖੋਗੇ, ਹਾਲਾਂਕਿ ਉੱਥੇ ਵੀ ਦੁਨੀਆ ਵੀ ਐਕਸਪੋਜ਼ ਹੋ ਗਈ ਕਿਉਂਕਿ ਮਹਾਮਾਰੀ ਸੀ, ਚਲੋ ਇਸ ਕਰਕੇ ਇਟਲੀ ਵਰਗੇ ਦੇਸ਼, ਵੱਡੇ ਵੱਡੇ ਦੇਸ਼ ਜਿੱਥੋਂ ਦਾ ਹੈਲਥ ਸਿਸਟਮ ਸਭ ਤੋਂ ਵਧੀਆ ਬਣੇ, ਜੇ ਉੱਥੇ ਏਡੇ ਵੱਡੇ ਸੰਕਟ ਖੜੇ ਹੋ ਗਏ ਜਿੱਥੇ ਆਬਾਦੀ ਵੀ ਘੱਟ ਆ, ਸਾਡੇ ਮੁਲਕ 'ਚ ਤਾਂ ਇੰਨੀ ਜ਼ਿਆਦਾ ਆਬਾਦੀ ਹੈ, ਇਸ ਆਬਾਦੀ ਦੇ ਅੰਦਰ ਕਿਸ ਤਰੀਕੇ ਦੀ ਪਲੈਨਿੰਗ ਹੋਣੀ ਚਾਹੀਦੀ ਸੀਗੀ ਕਿ ਯਾਨੀ ਪਿਛਲੇ ਸਾਲਾਂ ਦੇ ਅੰਦਰ ਇਨਵੈਸਟਮੈਂਟ ਆ ਜਿਹੜਾ ਨਿਵੇਸ਼ ਹੈ, ਉਹ ਸਭ ਤੋਂ ਜ਼ਿਆਦਾ ਨਿਵੇਸ਼, ਪੂੰਜੀ ਨਿਵੇਸ਼ ਹੋਣਾ ਚਾਹੀਦਾ ਸੀ ਹੈਲਥ ਤੇ ਐਜੂਕੇਸ਼ਨ ਦੇ ਅੰਦਰ। ਤੇ ਤਰਾਸਦੀ ਆ ਸਾਡੀ। ਔਰ ਵੈਲਫੇਅਰ ਸਟੇਟ ਦੇ ਬਾਰੇ ਇਹ ਕਿਹਾ ਜਾਂਦਾ ਕਿ ਵੈਲਫੇਅਰ ਸਟੇਟ ਸਭ ਤੋਂ ਪਹਿਲਾਂ ਜੇ ਧਿਆਨ ਰੱਖਦੀ ਆ ਆਪਣੇ ਲੋਕਾਂ ਦਾ, ਜਿਹਦੇ ਲੋਕ ਉਹ 'ਤੇ ਵਿਸ਼ਵਾਸ ਕਰਦੇ ਨੇ ਕਿ ਸਾਡੀ ਸਟੇਟ ਆ। ਕਿਉਂ ਕਰਦੇ ਨੇ? ਉਹ ਤੋਂ ਬਗਾਵਤ ਨਹੀਂ ਕਰਦੇ, ਉਹਦੇ 'ਚ ਰਹਿੰਦੇ ਨੇ, ਉਹਦੇ ਨਾਲ ਲੜਦੇ ਭਿੜਦੇ ਜ਼ਰੂਰ ਨੇ, ਮਤਭੇਦ ਹੁੰਦੇ ਨੇ, ਪਰ ਉਹਦੇ ਨਾਲ ਰਹਿੰਦੇ ਨੇ। ਉਹਨਾਂ ਨੂੰ ਸਿਕਿਉਰਿਟੀ ਦਿੰਦੀ ਆ, ਉਹਨਾਂ ਨੂੰ ਐਜੂਕੇਸ਼ਨ ਦਿੰਦੀ ਹੈ, ਹੈਲਥ ਦਿੰਦੀ ਹੈ। ਇਸੇ ਕਰਕੇ ਆ ਨਾ, ਨਹੀਂ ਤਾਂ ਫਿਰ ਸਾਰਾ ਕੁਝ ਹੀ ਕਾਰਪੋਰੇਟ ਨੂੰ ਦੇ ਦਿਓ। ਤੁਸੀਂ ਸਾਰੇ ਹਸਪਤਾਲ, ਸਾਰੇ ਯੂਨੀਵਰਸਿਟੀਆਂ ਅਡਾਨੀ ਬਾਨੀ ਨੂੰ ਦੇ ਦਿਓ, ਫਿਰ ਸਰਕਾਰ ਵੀ ਅਡਾਨੀ ਬਾਨੀ ਚਲਾ ਲੈਣਾ। ਫਿਰ ਮੋਦੀ ਦੀ ਕੀ ਲੋੜ ਆ, ਸਰਕਾਰ ਦੀ ਕੀ ਲੋੜ ਆ, ਕੈਪਟਨ ਦੀ ਕੀ ਲੋੜ ਆ, ਕੇਜਰੀਵਾਲ ਦੀ ਕੀ ਲੋੜ ਆ? ਸਰਕਾਰਾਂ ਦੀ ਰਿਸਪੌਂਸਿਬਿਲਟੀ ਹੁੰਦੀ ਹੈ। ਇਸ ਕਰਕੇ ਇਹ ਨਹੀਂਗਾ ਕਿ ਕੇਜਰੀਵਾਲ ਕੋਈ ਬਹੁਤ ਮਹਾਨ ਨੇ, ਪਰ ਕੇਜਰੀਵਾਲ ਨੇ ਅੱਜ ਦੇ ਦਿਨ ਵਧੀਆ ਕੰਮ ਕੀਤਾ ਗਾ। ਉਹਨਾਂ ਨੂੰ ਇਹ ਦਾਦ ਦੇਣੀ ਪਊ, ਉਹਨਾਂ ਨੂੰ ਇਹ ਕਹਿਣਾ ਪਊ ਕੇਜਰੀਵਾਲ ਬਾਰੇ ਕਿ ਕੇਜਰੀਵਾਲ ਨੇ ਜਿਹੜਾ ਪਹਿਲ ਕਦਮੀ ਕੀਤੀ ਹੈਗੀ, ਇਹ ਪਹਿਲ ਕਦਮੀ ਬਾਕੀਆਂ ਨੂੰ ਵੀ ਕਰਨੀ ਚਾਹੀਦੀ ਹੈ। ਲੋਕਡਾਊਨ ਦੇਖੋ, ਆਮ ਬੰਦੇ ਦਾ ਵਿਚਾਰੇ ਦਾ ਲੱਕ ਟੁੱਟ ਜਾਂਦਾ। ਜਿਹੜਾ ਗਰੀਬ ਬੰਦਾ, ਤੁਸੀਂ ਆਪਾਂ ਦੇਖਿਆ ਹੈਗਾ ਕਿਵੇਂ ਵਿਚਾਰੇ ਗਰੀਬ ਰੋਲੇ ਨੇ, ਜਿਹੜੇ ਗਰੀਬ ਲੋਕ ਨੇ, ਪ੍ਰਵਾਸੀ ਮਜ਼ਦੂਰ ਨੇ, ਆਮ ਮਜ਼ਦੂਰ ਨੇ, ਉਹ ਤਾਂ ਵਿਚਾਰੇ ਰੁੜ ਜਾਂਦੇ ਨੇ। ਲੋਕਡਾਊਨ ਤਾਂ ਠੀਕ ਆ ਲੀਡ ਕਲਾਸ ਲਈ, ਅਪਰ ਮਿਡਲ ਕਲਾਸ ਲਈ ਠੀਕ ਆ, ਉਹ ਬੈਠੇ ਨੇ ਆਪਣੇ ਘਰਾਂ ਦੇ ਅੰਦਰ, ਪਰ ਗਰੀਬ ਬੰਦੇ ਦੇ ਲਈ ਲੋਕਡਾਊਨ ਖਾ ਜਾਂਦਾ, ਉਹਨੂੰ ਖਾ ਗਿਆ। ਛੋਟੇ ਬਿਜ਼ਨਸਾਂ ਨੂੰ ਖਾ ਗਿਆ, ਛੋਟੇ ਕੰਮਾਂ ਨੂੰ ਖਾ ਗਿਆ, ਛੋਟੇ ਦੁਕਾਨਦਾਰਾਂ ਨੂੰ ਖਾ ਗਿਆ ਲੋਕਡਾਊਨ। ਤਾਂ ਲੋਕਡਾਊਨ ਕੋਈ ਹੱਲ ਨਹੀਂ ਆ। ਠੀਕ ਹੈ, ਲੋਕਡਾਊਨ ਇੱਕ, ਅਸੀਂ ਤਾਂ ਹੁਣ ਸਰਕਾਰਾਂ ਨੇ ਦੇਖਣਾ ਹੈ ਲੋਕਡਾਊਨ ਲਾਉਣ ਦੇ, ਅਸੀਂ ਇਹ ਨਹੀਂ ਵਿਰੋਧ ਚਾਹਾਂਗੇ ਕਿ ਲੋਕਡਾਊਨ ਹੋਣਾ ਹੀ ਨਹੀਂ ਚਾਹੀਦਾ। ਲੋਕਡਾਊਨ ਇੱਕ ਉਹ ਪ੍ਰਕਿਰਿਆ ਜਿਹੜੀ ਚੋਂ ਕੁਝ ਚੀਜ਼ਾਂ ਨੂੰ ਸਟੇਬਲ ਕੀਤਾ ਜਾ ਸਕਦਾ, ਕੁਝ ਚੀਜ਼ਾਂ ਨੂੰ ਠੀਕ ਕੀਤਾ ਜਾ ਸਕਦਾ। ਲੋਕਡਾਊਨ ਕੋਈ ਉਹ ਨਹੀਂ ਹੈ ਕਿ ਲੋਕਡਾਊਨ ਦੇ ਜ਼ਰੀਏ ਤੁਸੀਂ ਮਸਲੇ ਦਾ ਹੱਲ ਕਰ ਲਓਗੇ, ਯਾਨੀ ਕਰੋਨਾ ਠੀਕ ਹੋ ਜੂ ਜਾਂ ਕਰੋਨਾ ਨਾਲ ਲੜਨ ਦਾ ਤਰੀਕਾ ਲੋਕਡਾਊਨ ਆ, ਬਿਲਕੁਲ ਗਲਤ ਆ।
ਕਰੋਨਾ ਨਾਲ ਲੜਨ ਦਾ ਤਰੀਕਾ ਲੋਕਡਾਊਨ ਨਹੀਂ ਆ। ਕਰੋਨਾ ਨਾਲ ਲੜਨ ਦਾ ਤਰੀਕਾ ਜਿਹੜਾ ਉਹ ਸਾਧਨ ਨੇ, ਉਹ ਤਰੀਕੇ ਨੇ, ਉਹ ਬੈੱਡ ਨੇ ਜਿਹੜੇ ਤੁਸੀਂ ਬਹੁਤ ਵੱਡੀਆਂ ਥਾਵਾਂ ਤੋਂ, ਜਿਵੇਂ ਚਾਈਨਾ ਦੇ ਅੰਦਰ ਜੋ ਮਰਜ਼ੀ ਹੈ, ਚਾਈਨਾ ਸਭ ਤੋਂ ਪਹਿਲਾਂ ਆਇਆ। ਚਾਈਨਾ ਦੇ ਤੁਸੀਂ ਪ੍ਰਬੰਧ ਦੇਖੋ, ਉਹਨਾਂ ਨੇ ਦਿਨਾਂ 'ਚ ਹਸਪੀਟਲ ਖੜੇ ਕਰਤੇ, ਏਡੇ ਏਡੇ ਵੱਡੇ ਹਸਪੀਟਲ ਖੜੇ ਕੀਤੇ। ਔਰ ਇਹ ਕਿਹਾ ਜਾਂਦਾ ਕਿ ਬੰਗਾਲ 'ਚ ਪੋਲੀਟੀਕਲ ਪਾਰਟੀਆਂ ਨੇ ਜਿੰਨਾ ਪੈਸਾ ਖਰਚ ਕੀਤਾ, ਚੋਣਾਂ ਇੰਨੀਆਂ ਮਹਿੰਗੀਆਂ ਹੋ ਗਈਆਂ, ਇੱਕ ਇੱਕ MLA 10-10 ਕਰੋੜ ਰੁਪਇਆ ਖਰਚ ਕਰ ਰਿਹਾ। ਇਹ ਕੋਈ ਕਿਸੇ ਨੇ ਪੂੰਜੀ ਦਾ ਹਿਸਾਬ ਲਾਇਆ ਸੀ ਕਿ ਬੰਗਾਲ ਦੀਆਂ ਚੋਣਾਂ ਦੇ ਅੰਦਰ ਜਿੰਨੇ ਪੈਸੇ ਖਰਚ ਹੋਏ ਨੇ, ਇੰਨੇ ਨਾਲ ਤਾਂ 10 ਏਮਜ਼ ਖੁੱਲ੍ਹ ਜਾਂਦੇ ਦੇਸ਼ 'ਚ, ਇੰਨੇ ਨਾਲ ਤੇ ਹਜ਼ਾਰਾਂ ਹਸਪੀਟਲ ਖੁੱਲ੍ਹ ਜਾਂਦੇ, ਇੰਨੇ ਨਾਲ ਤਾਂ ਹਰ ਜ਼ਿਲ੍ਹੇ 'ਚ ਇੱਕ ਆਕਸੀਜਨ ਪਲਾਂਟ ਲੱਗ ਜਾਂਦਾ। ਇੰਨੀ ਪੂੰਜੀ, ਇੰਨਾ ਪੈਸਾ ਵਹਾਉਂਦੇ ਹੋ ਤੁਸੀਂ ਪਾਣੀ ਦੀ ਤਰ੍ਹਾਂ ਚੋਣਾਂ 'ਚ। ਤ੍ਰਿਣਮੂਲ ਕਾਂਗਰਸ ਹੋਵੇ, ਚਾਹੇ ਮੋਦੀ ਹੋਵੇ, ਚਾਹੇ ਲੈਫਟ ਹੋਵੇ, ਕਾਂਗਰਸ ਹੋਵੇ, ਜਾਂ ਦੇਸ਼ ਦੇ ਅੰਦਰ ਜਿਹੜੀਆਂ ਮਰਜ਼ੀ ਪਾਰਟੀਆਂ ਹੋਣ, ਅਕਾਲੀ ਦਲ ਹੋਵੇ, ਤਮਾਮ ਪਾਰਟੀਆਂ ਹੋਣ, ਇਹ ਸਾਰੀਆਂ ਪਾਰਟੀਆਂ ਜਿੰਨੇ ਪੈਸੇ ਖਰਚ ਕਰਦੀਆਂ ਨੇ, ਜੇ ਉਹ ਵੀ ਕਿਤੇ ਆ ਕੇ ਬਈ ਤੁਸੀਂ ਸੇਵਾ ਵੀ ਤਾਂ ਕਰ ਸਕਦੇ ਹੋ। ਸਿੱਖੀ 'ਚ ਤਾਂ ਵੈਸੇ ਹੀ ਦਸਵੰਧ ਕੱਢਣ ਦੀ ਪ੍ਰਥਾ ਗਈ, ਪੰਜਾਬ 'ਚ ਤਾਂ ਵੈਸੇ ਹੀ, ਹੋਰਾਂ ਥਾਵਾਂ 'ਤੇ ਵੀ ਆਪਣੇ ਆਪਣੇ ਤਰੀਕੇ ਨਾਲ ਲੋਕ, ਤੁਸੀਂ ਦੇਸ਼ ਨੂੰ ਖੜਾ ਤਾਂ ਕਰੋ ਨਾ। ਦੇਸ਼ ਦੇ ਅੰਦਰ ਜਿਹੜਾ ਬੁਨਿਆਦੀ ਸੰਕਟ ਕਰਕੇ ਲੋਕ ਮਰਦੇ ਨੇ, ਸ਼ਰਮ ਨਾਲ ਦੀ ਗੱਲ ਹੀ ਹੈ ਨਾ, ਲੋਕ ਆਕਸੀਜਨ ਤੋਂ ਬਿਨਾਂ ਮਰ ਰਹੇ ਨੇ। ਇਹ ਸ਼ਰਮ ਦੀ ਗੱਲ ਆ ਸਾਡੇ ਦੇਸ਼ ਲਈ। ਇਹ ਕਿਹਨੇ ਠੀਕ ਕਰਨਾ? ਜੇ ਤੁਸੀਂ ਚੋਣਾਂ ਦੇ ਉੱਤੇ ਅਰਬਾਂ ਰੁਪਈਆ ਖਰਚ ਕਰਦੇ ਹੋ, ਖਰਬਾਂ ਰੁਪਈਆ ਖਰਚ ਕਰਦੇ ਹੋ, ਜੋ ਖਰਬਾਂ ਦਾ ਕੁਛ ਹਿੱਸਾ ਵੀ ਤੁਸੀਂ ਹੈਲਥ ਤੇ ਲਾ ਦਿਓ, ਐਜੂਕੇਸ਼ਨ ਤੇ ਲਾ ਦਿਓ। ਸਰਕਾਰਾਂ ਆਪਣੇ ਘੱਟੋ ਘੱਟ ਏਜੰਡਾ ਇਹ ਤੈਅ ਕਰ ਲੈਣ, ਭਾਈ ਸਭ ਤੋਂ ਮੇਨ ਚੀਜ਼, ਬਾਕੀ ਚੀਜ਼ਾਂ ਅਸੀਂ ਬਾਅਦ ਚੋਂ ਦੇਖਾਂਗੇ, ਹੈਲਥ ਤੇ ਐਜੂਕੇਸ਼ਨ। ਔਰ ਕੇਜਰੀਵਾਲ ਸਰਕਾਰ ਨੇ ਇੱਕ ਲੈਵਲ ਤੇ ਕੰਮ ਕੀਤਾ, ਹਾਲਾਂਕਿ ਉਹਨਾਂ ਦੀ ਵੀ ਆਲੋਚਨਾ ਆਉਂਦੀ ਹੈ ਵੀ ਮੁਹੱਲਾ ਕਲੀਨਿਕ ਬਣਾ ਕੇ ਉਹ ਆਪਦੇ ਆਪ ਨੂੰ ਐਂ ਪ੍ਰਚਾਰ ਦੇ ਵੀ ਦੁਨੀਆ ਦਾ ਜਿਵੇਂ ਸਭ ਤੋਂ ਬੈਸਟ ਹੈਲਥ ਸਿਸਟਮ, ਉਹਨਾਂ ਦੀ ਇਹੋ ਜਿਹਾ ਨਹੀਂ ਹੈਗਾ। ਦਿੱਲੀ 'ਚ ਵੀ ਕੋਈ ਹੈਲਥ ਸਿਸਟਮ ਦਾ ਬਹੁਤ ਵਧੀਆ ਹਾਲ ਨਹੀਂ ਆ, ਪਰ ਦੂਜਿਆਂ ਨਾਲੋਂ ਬਿਹਤਰ ਆ, ਬਾਕੀਆਂ ਨਾਲੋਂ ਉਹਨਾਂ ਨੇ ਚੰਗਾ ਕੰਮ ਕੀਤਾ। ਇਸ ਕਰਕੇ ਪਹਿਲ ਕਦਮੀਆਂ ਇਸ ਟਾਈਮ ਸਭ ਤੋਂ ਜ਼ਿਆਦਾ ਜਿਹੜੀਆਂ ਪਹਿਲ ਕਦਮੀਆਂ ਨੇ, ਜਿਵੇਂ ਕੇਜਰੀਵਾਲ ਸਰਕਾਰ ਨੇ ਪਹਿਲ ਕਦਮੀ ਕੀਤੀ ਹੈ, ਇਸੇ ਤਰ੍ਹਾਂ ਦੀਆਂ ਪਹਿਲ ਕਦਮੀਆਂ ਬਾਕੀ ਸਰਕਾਰਾਂ ਨੂੰ ਵੀ ਕਰਨ ਦੀ ਲੋੜ ਹੈ। ਕੈਪਟਨ ਸਰਕਾਰ ਵੀ ਕਰੇ, ਹਿਮਾਚਲ ਦੇ ਅੰਦਰ BJP ਸਰਕਾਰ ਵੀ ਕਰੇ, ਰਾਜਸਥਾਨ ਸਰਕਾਰ ਵੀ ਕਰੇ, ਯਾਨੀ ਦੇਸ਼ ਦੇ ਸਾਰੇ ਸੂਬਿਆਂ 'ਚ। ਔਰ ਸਭ ਤੋਂ ਵੱਡਾ ਫਰਜ਼ ਜੇ ਕਿਸੇ ਦਾ ਹੈ, ਉਹ ਆ ਕੇਂਦਰ ਸਰਕਾਰ ਦਾ। ਕੇਂਦਰ ਸਰਕਾਰ ਨੂੰ ਆਪਣਾ ਫਰਜ਼ ਨਿਭਾਉਣਾ ਚਾਹੀਦਾ। ਇਸ ਟਾਈਮ ਜਲਦੀ ਤੋਂ ਜਲਦੀ ਇੱਕ ਪੈਕੇਜ ਦਾ ਐਲਾਨ ਹੋਣਾ ਚਾਹੀਦਾ, ਜਲਦੀ ਤੋਂ ਜਲਦੀ MPs ਨੂੰ ਪੈਸੇ ਦੇਣੇ ਚਾਹੀਦੇ ਆ। ਜਿਹੜਾ MP ਲੈਡ ਫੰਡ ਰੋਕਤਾ ਸੀਗਾ, MPs ਨੂੰ ਪੈਸੇ ਦਿਓ, ਇਸ ਟਾਈਮ ਲੋੜ ਆ। ਔਰ ਸਰਕਾਰਾਂ ਜਿਹੜੀਆਂ ਸੂਬੇ ਦੀਆਂ ਸਰਕਾਰਾਂ ਨੂੰ MLAs ਤੱਕ ਜਾਂ ਆਪਣੇ ਤਰੀਕੇ ਨਾਲ ਪੈਸੇ ਲੈ ਕੇ ਜਾਣ, ਜ਼ਿਲ੍ਹਿਆਂ ਦੇ ਅੰਦਰ, ਹਲਕਿਆਂ ਦੇ ਅੰਦਰ। ਸਰਕਾਰਾਂ ਨੂੰ ਇਸ ਟਾਈਮ ਲੋਕਾਂ ਨੂੰ ਰਾਹਤ ਦੇਣ ਦੀ ਲੋੜ ਆ। ਲੋਕ ਸਰਕਾਰਾਂ ਇਸੇ ਲਈ ਚੁਣਦੇ ਨੇ ਕਿ ਸਰਕਾਰਾਂ ਸਾਡਾ ਭਲਾ ਕਰਨਗੀਆਂ। ਹੋਰ ਸਰਕਾਰ ਕਾਹਦੇ ਲਈ ਚੁਣਦੇ ਹੋ ਤੁਸੀਂ? ਇਸੇ ਲਈ ਚੁਣਦੇ ਹੋ ਨਾ। ਜੇ ਸਰਕਾਰ ਨੇ ਲੋਕਾਂ ਦਾ ਭਲਾ ਹੀ ਨਹੀਂ ਕਰਨਾ, ਫਿਰ ਸਰਕਾਰ ਕਿਸ ਗੱਲ ਦੀ ਹੈ? ਸਿਰਫ ਐਡਮਿਨਿਸਟ੍ਰੇਸ਼ਨ ਦਿਖਾ ਕੇ ਕੰਮ ਨਹੀਂ ਚੱਲਣਾ ਵੀ ਸਾਡੇ ਕੋਲ ਐਡਮਿਨਿਸਟ੍ਰੇਸ਼ਨ ਆ ਜੀ, ਅਸੀਂ ਐਡਮਿਨਿਸਟ੍ਰੇਸ਼ਨ ਲੈਵਲ ਤੇ, ਯਾਨੀ ਪ੍ਰਸ਼ਾਸਨਿਕ ਲੈਵਲ ਤੇ ਅਸੀਂ ਵਧੀਆ ਕੰਮ ਕਰ ਰਹੇ ਹਾਂ ਜੀ। ਉਹ ਵੀ ਵਧੀਆ, ਚਲੋ ਚੰਗੀ ਗੱਲ ਆ, ਇਹਦੇ 'ਚ ਕੋਈ ਦੋ ਰਹਿ ਨਹੀਂ, ਸਰਕਾਰਾਂ ਕਰ ਰਹੀਆਂ ਨੇ ਉਹ। ਅਸੀਂ ਕੋਈ ਨਿਰੀ ਐ ਨਹੀਂ ਵੀ ਆਲੋਚਨਾ ਕਰਨ ਲਈ ਬੈਠੇ, ਅਸੀਂ ਆਲੋਚਨਾ ਨਹੀਂ ਕਰਨੀ। ਜਿਹੜਾ ਚੰਗਾ ਕਰੂਗਾ ਉਹਨੂੰ ਚੰਗਾ ਵੀ ਕਵਾਂਗੇ। ਐਡਮਿਨਿਸਟ੍ਰੇਸ਼ਨ ਲੈਵਲ ਤੇ ਪੰਜਾਬ ਸਰਕਾਰ ਵੀ ਠੀਕ ਕੰਮ ਕਰ ਰਹੀ ਹੈ, ਪਰ ਐਡਮਿਨਿਸਟ੍ਰੇਸ਼ਨ ਨਾਲ ਇਕੱਲਾ ਕੰਮ ਨਹੀਂ ਚੱਲਣਾ। ਲੋਕਾਂ ਨੂੰ ਰਾਹਤ ਦੇਣੀ ਪਊ, ਗਰੀਬਾਂ ਨੂੰ, ਵਿਚਾਰਿਆਂ ਨੂੰ, ਜਿਹੜੇ BPL ਨੇ, ਜਿਹੜੇ ਬਿਲੋ ਪਾਵਰਟੀ ਲਾਈਨ, ਗਰੀਬੀ ਰੇਖਾ ਤੋਂ ਹੇਠਾਂ ਵਾਲੇ ਲੋਕ ਨੇ, ਹੋਰ ਲੋਕ ਨੇ, ਜਿਹੜੇ ਲੋਕ ਤੁਹਾਨੂੰ ਲੱਗਦਾ ਕਿ ਇਹਨਾਂ ਲੋਕਾਂ ਨੂੰ ਵਿਚਾਰਿਆਂ ਨੂੰ ਲੋੜ ਆ ਗਰੀਬ ਲੋਕ ਨੇ, ਲੋੜਵੰਦ ਲੋਕ ਨੇ, ਉਹ ਕਿਸੇ ਵੀ ਧਰਮ ਦੇ ਹੋਣ, ਕਿਸੇ ਵੀ ਜਾਤ ਦੇ ਹੋਣ, ਕਿਸੇ ਵੀ ਥਾਂ ਦੇ ਹੋਣ, ਉਹਨਾਂ ਨੂੰ ਸਭ ਨੂੰ ਸਰਕਾਰਾਂ ਨੂੰ ਮਦਦ ਕਰਨ ਦੀ ਲੋੜ ਆ। ਉਹੀ ਕਹਿੰਦੇ ਕਿ ਆਮ ਲੋਕ ਜਿਹੜੇ ਦੇਸ਼ ਦੀ ਤਾਕਤ ਹੁੰਦੇ ਆ। ਹਾਲਾਂਕਿ ਸਰਕਾਰਾਂ ਨੂੰ ਪਹਿਲਾਂ ਵੀ ਪਤਾ ਸੀ ਕਿ ਦੂਜੀ ਲਹਿਰ ਆਉਣੀ ਆ, ਇੰਨਾ ਸਮਾਂ ਵੀ ਮਿਲਿਆ, ਸਾਲ 1.5 ਸਾਲ ਦਾ ਸਮਾਂ ਜਿਹੜਾ ਪੈ ਚੁੱਕਿਆ ਹੈ, ਫਿਰ ਵੀ ਬਾਵਜੂਦ ਇਹਦੇ ਜਿਹੜੀਆਂ ਸਿਹਤ ਸਹੂਲਤਾਂ ਫੇਲ ਹੋਈਆਂ ਨੇ। ਕੀ ਕਾਰਨ ਮੰਨਦੇ ਹੋ ਕਿ ਕਿਉਂ ਸਰਕਾਰਾਂ ਇਸ ਤੇ ਕੰਮ ਨਹੀਂ ਕਰ ਸਕੀਆਂ ਕਿ ਅਸੀਂ 1.5 ਸਾਲ ਪਹਿਲਾਂ ਦੀ ਹੁਣ ਤਿਆਰੀ ਕਰ ਲਈਏ? ਦੇਖੋ, ਸਿਹਤ ਸਹੂਲਤਾਂ ਫੇਲ ਜਿਹੜੀਆਂ ਹੋਈਆਂ ਨੇ, ਮੈਂ ਉਹਦੀ ਜੜ ਕੀ ਹੈਗੀ, ਉਹਦੀ ਜੜ ਇਹ ਕਿ ਤੁਹਾਡੀ ਪ੍ਰਾਇਓਰਿਟੀ ਕੀ ਹੈਗੀ। ਉਹਦੀ ਜੜ ਇਹ ਆ ਕਿ ਭਾਈ ਅਸੀਂ ਕੋਈ ਪ੍ਰਾਈਵੇਟਾਈਜੇਸ਼ਨ ਦੇ ਵਿਰੋਧ 'ਚ ਨਹੀਂ ਹੈਗੇ, ਜਾਂ ਇਹ ਨਹੀਂ ਕਹਿੰਦੇ ਕਿ ਪ੍ਰਾਈਵੇਟ ਪਲੇਸ ਨੂੰ ਨਹੀਂ ਆਉਣਾ ਚਾਹੀਦਾ, ਆ ਸਕਦੇ ਆ। ਪੂਰੀ ਦੁਨੀਆ ਦੇ ਮਾਡਲ 'ਚ ਹੁਣ ਸਾਰਾ ਕੁਝ ਹੋ ਰਿਹਾ ਹੈਗਾ, ਉਹ ਇੱਕ ਵੱਡੀ ਲਾਰਜਰ ਡਿਬੇਟ ਆ ਗਿਆ ਕਿ ਕਿੱਥੇ। ਪਰ ਗੱਲ ਇਹ ਹੈ ਕਿ ਜਦੋਂ ਤੱਕ ਤੁਸੀਂ, ਸਰਕਾਰ ਦਾ ਕੰਮ ਕੀ ਹੁੰਦਾ? ਸਰਕਾਰ ਦਾ ਕੰਮ ਹੁੰਦਾ ਹੈ ਕਿ ਆਪਣੇ ਲੋਕਾਂ ਨੂੰ ਬੁਨਿਆਦੀ ਜਿਹੜੀਆਂ ਬੇਸਿਕ ਸਹੂਲਤਾਂ ਨੇ ਉਹ ਉਪਲਬਧ ਕਰਾਉਣਾ। ਬੇਸਿਕ ਕੰਮ ਤਾਂ ਇਹੀ ਹੈ ਸਰਕਾਰ ਦਾ। ਉਹਦੇ 'ਚ ਕੀ ਹੈਗਾ, ਪਿਛਲੇ 20-30 ਸਾਲਾਂ 'ਚ ਕੀ ਹੋਇਆ, ਜਿਹੜੀ ਸਭ ਤੋਂ ਵੱਡੀ ਮਾਰ ਪਈ ਹੈਗੀ, ਗਲੋਬਲਾਈਜੇਸ਼ਨ ਜਿਹਨੂੰ ਕਿਹਾ ਜਾਂਦਾ, ਨਿਊ ਇਕਨੋਮਿਕ ਪਾਲਿਸੀਜ਼ ਕਿਹਾ ਜਾਂਦਾ, ਨਵੀਆਂ ਆਰਥਿਕ ਨੀਤੀਆਂ ਕਹਿੰਦੇ ਆ ਜਿਹਨੂੰ ਆਪਾਂ, ਉਹਨਾਂ ਦੇ ਜ਼ਰੀਏ ਇੱਕ ਨੀਤੀਆਂ ਬਣੀਆਂ, ਇੱਕ ਵਰਲਡ ਆਰਡਰ ਬਣਿਆ ਪੂਰੀ ਦੁਨੀਆ ਦਾ, ਕਿ ਪੂਰੀ ਦੁਨੀਆ ਦੇ ਅੰਦਰ ਹਰ ਚੀਜ਼ ਨੂੰ ਪ੍ਰਾਈਵੇਟਾਈਜ਼ ਕਰ ਦਿੱਤਾ ਗਿਆ। ਸਰਕਾਰੀ ਨੌਕਰੀਆਂ ਖਤਮ ਕੀਤੀਆਂ ਗਈਆਂ ਇਹਦੇ ਨਾਂ ਦੇ ਉੱਤੇ। ਵਰਲਡ ਬੈਂਕ ਆ ਜਿਹੜਾ, IMF ਆ, ਇੰਡੀਅਨ ਮੋਨੀਟਰੀ ਫੰਡ ਜਿਹੜਾ ਹੈਗਾ, IMF, ਵਰਲਡ ਬੈਂਕ ਆ, ਇਹ ਜਿਹੜੀਆਂ ਸੰਸਥਾਵਾਂ ਨੇ ਜਿਹੜੀਆਂ ਪੂਰੀ ਦੁਨੀਆ ਨੂੰ ਮਨੀ ਪੰਪ ਕਰਦੀਆਂ ਨੇ, ਮਨੀ ਦਿੰਦੀਆਂ ਨੇ, ਉਹ ਸ਼ਰਤ ਰੱਖਦੀਆਂ ਨੇ ਸਰਕਾਰਾਂ ਸਾਹਮਣੇ ਕਿ ਸਰਕਾਰਾਂ ਆਪਣੇ ਆਪ ਨੂੰ ਜਨਤਕ ਖੇਤਰ 'ਚੋਂ ਬਾਹਰ ਕਰਨ। ਜਨਤਕ ਖੇਤਰ ਦਾ ਮਤਲਬ ਸਰਕਾਰੀ ਖੇਤਰ,
ਯਾਨੀ ਸਾਡੇ ਜਿਹੜੇ ਅੱਜ ਤੋਂ ਪਹਿਲਾਂ ਸਰਕਾਰੀ ਹਸਪੀਟਲ ਹੁੰਦੇ ਸੀਗੇ ਉਹਨਾਂ ਦੇ ਪ੍ਰਬੰਧ ਠੀਕ ਹੁੰਦੇ ਸੀ, ਹੁਣ ਜ਼ਿਆਦਾ ਬੁਰਾ ਹਾਲ ਹੈਗਾ ਉਹਨਾਂ ਦਾ। ਸਰਕਾਰੀ ਹਸਪਤਾਲ ਵਧੇ ਨਹੀਂ ਹੈਗੇ, ਡਾਕਟਰੀ ਪੇਸ਼ੇ ਦੇ ਲੋਕ ਛੱਡ ਜਾ ਰਹੇ ਨੇ ਕਿਉਂਕਿ ਉਹਨਾਂ ਨੂੰ ਤਨਖਾਹ ਨਹੀਂ ਦੇ ਰਹੇ। ਤੁਸੀਂ ਸਾਰੇ ਜਿਹੜੇ ਡਾਕਟਰ, ਮੈਂ ਤਾਂ ਕਿੰਨੇ ਦੋਸਤਾਂ ਨੂੰ ਜਾਣਦਾ ਆਪਣੇ ਜਿਹੜੇ ਇੱਥੋਂ ਉਹਨਾਂ ਨੇ MBBS ਕੀਤੀ ਤੇ ਬਾਹਰ ਚਲੇ ਗਏ ਕਿਉਂਕਿ ਉਹਨਾਂ ਨੂੰ ਲੱਗਦਾ ਸਾਡੇ ਪੇਸ਼ੇ ਦੀ ਇੱਥੇ ਕਦਰ ਹੀ ਨਹੀਂ ਹੈਗੀ। ਤੇ ਇਸ ਕਰਕੇ ਸਰਕਾਰ ਡਾਕਟਰ ਭਰਤੀ ਹੋਣ ਨੂੰ ਤਿਆਰ ਨਹੀਂ ਸੀ। ਇਹ ਕਿਹਨੇ ਮਾਹੌਲ ਬਣਾਇਆ? ਇਹ ਸਰਕਾਰ ਨੇ ਮਾਹੌਲ ਬਣਾਇਆ। ਸਰਕਾਰਾਂ ਨੂੰ ਇਹ ਚਾਹੀਦਾ ਭਾਈ ਉਹ ਮਾਡਲ ਜਿਹੜਾ ਹੈਗਾ ਉਹ ਮਾਡਲ ਨੂੰ ਕਿਤੇ ਨਾ ਕਿਤੇ ਤੁਸੀਂ ਇੰਪਲੀਮੈਂਟ ਕਰਨਾ, ਤੁਹਾਡੇ ਤੇ ਪ੍ਰੈਸ਼ਰ ਹੋ। ਪਹਿਲੀ ਗੱਲ ਤਾਂ ਉਹਨੂੰ ਚੈਲੰਜ ਕੀਤਾ ਜਾ ਸਕਦਾ। ਸਰਕਾਰਾਂ, ਮੋਦੀ ਸਰਕਾਰ ਤੇ ਖਾਸ ਤੌਰ ਤੇ RSS ਦਾ ਇੱਕ ਥਾਟ ਹੈ ਕਿ ਅਸੀਂ ਸਵਦੇਸ਼ੀ ਦੀ ਗੱਲ ਕਰਾਂਗੇ, ਅਸੀਂ ਆਪਣੀ ਗੱਲ ਕਰਾਂਗੇ, ਲੋਕਲ ਗੱਲ ਕਰਾਂਗੇ, ਆਪਣੇ ਰੀਤੀ ਰਿਵਾਜਾਂ ਮੁਤਾਬਕ, ਆਪਣੇ ਟ੍ਰੈਡੀਸ਼ਨ ਮੁਤਾਬਕ, ਆਪਣੇ ਮੁਲਕ ਮੁਤਾਬਕ ਦੇਸ਼ ਨੂੰ ਚਲਾਵਾਂਗੇ। ਕੋਈ ਮਾੜਾ ਵਿਚਾਰ ਨਹੀਂ ਹੈ, ਵਧੀਆ ਵਿਚਾਰ ਆ। ਪਰ ਸਭ ਤੋਂ ਜ਼ਿਆਦਾ ਜੇ ਗੁਲਾਮੀ ਕੀਤੀ ਵਰਲਡ ਬੈਂਕ ਦੀ, IMF ਦੀ, ਇਹਨਾਂ ਦੀ ਸਰਕਾਰ ਨੇ ਆ ਕੇ ਕੀਤੀ। ਸਿਹਤ ਦੇ ਖੇਤਰ 'ਚ ਖੋਲ੍ਹਤਾ ਸਾਰਾ, ਹਰ ਖੇਤਰ 'ਚ ਤੁਸੀਂ FDI ਲਿਆਏ। ਕਿਹੜਾ ਫਿਰ ਮੇਕ ਇਨ ਇੰਡੀਆ ਜਿਹੜਾ ਕਹਿੰਦੇ ਨੇ, ਜਿਹੜਾ ਕਹਿੰਦੇ ਆ ਮੇਕਿੰਗ ਇੰਡੀਆ, ਇੱਥੇ ਭਾਰਤ 'ਚ ਐਂ ਹੋਊਗਾ, ਜਿਹਦੇ ਬਾਰੇ ਹੁੰਦਾ ਅਸੀਂ ਜਹਾਜ਼ ਬਣਾ ਦਾਂਗੇ, ਅਸੀਂ ਡਿਫੈਂਸ 'ਚ ਮੈਂ ਬਹੁਤ ਵਾਰ ਜ਼ਿਕਰ ਕੀਤਾ। ਹਰ ਖੇਤਰ ਤੁਸੀਂ FDI ਲਿਆ ਰਹੇ ਹੋ। ਹਰ ਖੇਤਰ ਦੇ ਅੰਦਰ ਤੁਸੀਂ ਜਨਤਕ ਖੇਤਰ ਨੂੰ ਖਤਮ ਕਰ ਰਹੇ ਹੋ। ਜਿਹਦੇ ਕੋਲ ਤੁਸੀਂ ਮੈਨੂੰ ਦੱਸੋ, ਤੁਹਾਨੂੰ 20 ਲੱਖ ਦੇ ਇਲਾਜ ਦੀ ਲੋੜ ਪੈ ਜੇ, ਜੇ ਸਰਕਾਰੀ ਹਸਪਤਾਲ ਕਰਦਾ ਹੋਵੇ, ਤੁਸੀਂ ਉੱਥੇ ਜਾਓਗੇ ਜਾਂ ਫੋਰਟੀ ਜਾ ਕੇ ਕਰਾ ਸਕਦੇ ਹੋ? ਤੁਸੀਂ ਨਹੀਂ ਕਰਾ ਸਕਦੇ ਨਾ। ਸਾਡੇ ਬੰਦਿਆਂ ਦੇ ਵਿਚਾਰਿਆਂ ਤੇ ਮਾਰ ਕਿਸ ਗੱਲ ਦੀ ਪੈਂਦੀ ਹੈਗੀ? ਇੱਕ ਤਾਂ ਜੇ ਕੋਈ ਥਾਣੇ ਚਲਾ ਜਾਵੇ, ਉੱਥੇ ਜਾ ਕੇ ਕੋਈ ਕੇਸ ਪੈ ਜਾਣ, ਇੱਕ ਕੋਈ ਹਸਪੀਟਲ ਚਲਾ ਜਾਵੇ। ਦੋ ਥਾਵਾਂ ਤੇ ਜਿਹੜਾ ਚਲਾ ਗਿਆ, ਜੇ ਤੁਹਾਡੇ ਪਰਿਵਾਰ ਦੀਆਂ ਬਿਮਾਰੀਆਂ 'ਚ ਮੰਨ ਲਓ ਵਿਆਹਾਂ ਤੇ ਖਰਚੇ ਹੋ ਗਏ, ਫਿਰ ਤੁਹਾਡੇ ਪਰਿਵਾਰ ਦੇ ਅੰਦਰ ਕੋਈ ਬੰਦਾ ਬਿਮਾਰ ਹੋ ਗਿਆ ਜਿਹਤੇ 20 ਲੱਖ ਰੁਪਇਆ ਲੱਗਾ, ਤੁਸੀਂ ਸਾਰੀ ਉਮਰ ਨਹੀਂ ਉੱਠ ਸਕਦੇ। ਸਾਰੀ ਉਮਰ ਤੁਹਾਡੀ ਫੈਮਿਲੀ ਨਹੀਂ ਉੱਠੂਗੀ। 20-30 ਲੱਖ ਰੁਪਇਆ ਜੇ ਖਰਚ ਹੋ ਗਿਆ, ਤੁਸੀਂ 20-30 ਲੱਖ ਲਾਉਂਦੇ ਹੀ ਮਰ ਜਾਂਦੇ ਹੋ। ਇਹ ਕੰਮ ਕਿਹਦਾ ਹੈਗਾ? ਇਹ 20-30 ਲੱਖ ਖਰਚ ਕਰਨ ਦਾ ਕੰਮ ਸਰਕਾਰ ਦਾ, ਮੁੱਢਲੀਆਂ ਸਹੂਲਤਾਂ ਦੇਣ ਦਾ ਕੰਮ ਸਰਕਾਰ ਦਾ, ਤੇ ਸਰਕਾਰ ਉਹ 'ਚੋਂ ਹੱਥ ਪਿੱਛੇ ਖਿੱਚ ਰਹੀ ਹੈਗੀ। ਫਿਰ ਸਰਕਾਰ ਕਿਸ ਗੱਲ ਦੇ ਲਈ ਹੈਗੀ? ਜੇ ਕਰੋਨਾ 'ਚ ਅੱਜ ਵਿਚਾਰੇ ਅੱਜ ਫੋਨ ਸਾਨੂੰ ਆਉਂਦੇ ਨੇ, ਜੀ ਸਾਡੇ ਅਸੀਂ ਖੜੇ ਹਾਂ ਜੀ 10 ਲੱਖ ਰੁਪਇਆ ਲਾਸ਼ ਲੈਣ ਦਾ ਮੰਗ ਰਹੇ ਆ, ਲਾਸ਼ ਦਿਓ ਸਾਨੂੰ, 10 ਲੱਖ ਰੁਪਇਆ ਦੇ ਜਾਓ, ਲਾਸ਼ ਲੈ ਜਾਓ। ਤੇ ਫਿਰ ਸਰਕਾਰਾਂ ਕਿਸ ਕੰਮ ਦੇ ਲਈ ਨੇ? ਠੀਕ ਹੈ, ਜਿਹਨੇ ਕਿਸੇ ਨੇ ਪ੍ਰਿਵਿਲੇਜ ਨੇ ਇਲਾਜ ਕਰਾਉਣਾ ਪ੍ਰਾਈਵੇਟ 'ਚ ਕਰਾਏ, ਉਹ ਅਮੀਰ ਲੋਕ ਕਰਾਉਣ ਜਾ ਕੇ। 70% ਆਬਾਦੀ ਕੀ ਆਪਾਂ ਨੂੰ ਪਤਾ ਹੀ ਹੈ ਨਾ। 70% ਲੋਕ ਤਾਂ ਵਿਚਾਰੇ ਆਮ ਲੋਕ ਨੇ, 80% ਲੋਕ ਆਮ ਲੋਕ ਹੋਣਗੇ, 20% ਚਲੋ ਤੁਸੀਂ ਮਿਡਲ ਕਲਾਸ ਕਹਿ ਲਓ, ਅਪਰ ਮਿਡਲ ਕਲਾਸ ਕਹਿ ਲਓ, ਅਲੀਟ ਕਹਿ ਲਓ, ਬਾਕੀ ਲੋਕ ਤਾਂ ਵਿਚਾਰੇ ਆਮ ਲੋਕ ਹੀ ਨੇ। ਉਹਨਾਂ ਲੋਕਾਂ ਦੀ ਸਾਰ ਕੌਣ ਲਊਗਾ? ਕਿ ਉਹ ਮਰ ਜਾਣ ਇਲਾਜ ਵੱਲੋਂ, ਕਿ ਉਹ ਸਿਹਤ ਵੱਲੋਂ ਮਰ ਜਾਣ, ਕਿ ਉਹ ਸਿੱਖਿਆ ਵੱਲੋਂ ਵਿਚਾਰੇ ਉਹਨਾਂ ਨੂੰ ਸਿੱਖਿਅਤ ਹੀ ਨਾ ਹੋਣ, ਉਹ ਅਨਪੜ੍ਹ ਰਹਿਣ। ਉਹ ਇਹ ਉਹਨਾਂ ਦੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਗਈ। ਸਿਹਤ ਸਹੂਲਤ ਕਿਸੇ ਦਾ ਮਨੁੱਖੀ ਅਧਿਕਾਰ ਆ, ਬੇਸਿਕ, ਜਿਵੇਂ ਆਪਣੇ ਮਨੁੱਖੀ ਅਧਿਕਾਰ ਹੁੰਦੇ ਨੇ ਕਿ ਅਸੀਂ ਮਨੁੱਖਾਂ, ਸਾਡੇ ਅਧਿਕਾਰ ਨੇ। ਇਹ ਮਨੁੱਖੀ ਅਧਿਕਾਰ ਆ ਕਿਸੇ ਦਾ। ਸਿਹਤ ਸਹੂਲਤ ਆ ਜਿਹੜੀ, ਉਹ ਮਨੁੱਖੀ ਅਧਿਕਾਰ ਆ, ਵੀ ਮਨੁੱਖ ਨੂੰ ਇੱਕ ਅਧਿਕਾਰ ਸਟੇਟ ਨੂੰ ਦੇਣਾ ਚਾਹੀਦਾ ਕਿ ਭਾਈ ਅਸੀਂ ਤੇਰੀ ਸਿਹਤ ਦਾ ਧਿਆਨ ਰੱਖਾਂਗੇ, ਅਸੀਂ ਤੇਰੀ ਸਿੱਖਿਆ ਦਾ ਧਿਆਨ ਰੱਖਾਂਗੇ। ਤੁਸੀਂ ਤੇ ਵਰਲਡ ਬੈਂਕ ਦੇ ਸਾਹਮਣੇ, IMF ਦੇ ਸਾਹਮਣੇ ਗੋਡੇ ਟੇਕਤੇ, ਅਮਰੀਕਾ ਦੇ ਸਾਹਮਣੇ, ਕਿ ਜੋ ਉਹ ਕਹਿ ਰਹੇ ਨੇ ਮਾਡਲ ਪੂਰੀ ਦੁਨੀਆ ਦਾ ਉਹੀ ਹੋਊਗਾ। ਤੇ ਇਸੇ ਕਰਕੇ ਸਾਡੀ ਸਿਹਤ ਪਿਛਲੇ ਦੌਰ, ਜਿਹੜਾ ਤੁਸੀਂ ਸਵਾਲ ਕਰ ਰਹੇ ਹੋ, ਬਰਬਾਦ ਹੋ ਗਿਆ। ਸਾਡਾ ਹੈਲਥ ਸਿਸਟਮ, ਸਾਡਾ ਐਜੂਕੇਸ਼ਨ ਸਿਸਟਮ ਬਰਬਾਦ ਹੋਇਆ, ਜਿਹਨੇ ਸਾਨੂੰ ਇਸ ਕਗਾਰ ਤੇ ਲਿਆ ਕੇ ਖੜਾ ਕਰਤਾ ਕਿ ਅੱਜ ਇੱਕ ਬੰਦੇ ਦੀ ਜ਼ਿੰਦਗੀ ਦਾ ਮਤਲਬ ਕੀ ਹੈ। ਅਸੀਂ ਦੇਖ ਰਹੇ ਹਾਂ ਵਿਚਾਰੇ ਰੋ ਰੋ ਕੇ, ਵੱਡੇ ਵੱਡੇ ਲੋਕ ਮਰ ਰਹੇ ਨੇਗੇ, ਇਲਾਜ ਖੋਣੋਂ ਮਰ ਰਹੇ ਨੇ। ਕਿਉਂ ਮਰ ਰਹੇ ਨੇ? ਕਿਉਂਕਿ ਸਾਡੇ ਸਿਹਤ ਸਿਸਟਮ ਦਾ ਇਹ ਹਾਲ ਹੈਗਾ। ਜੇ ਕਿਤੇ ਵਿਸਥਾਰ ਕੀਤਾ ਹੁੰਦਾ ਬਹੁਤ ਵੱਡੇ ਪੱਧਰ ਦੇ ਉੱਤੇ ਹੈਲਥ ਦਾ, ਇਮਾਨਦਾਰੀ ਦੇ ਨਾਲ ਕੰਮ ਕਰਦੇ, ਇਹ ਮੰਨਦੇ ਕਿ ਭਾਈ ਪ੍ਰਾਈਵੇਟ ਪਲੇਅਰ ਵੀ ਆਓ, ਸਾਨੂੰ ਕੋਈ ਇਤਰਾਜ਼ ਨਹੀਂ, ਆਉਣ ਦਿਓ ਪ੍ਰਾਈਵੇਟ ਪਲੇਅਰ, ਪਰ ਸਾਡੇ ਆਮ ਲੋਕਾਂ ਦਾ ਧਿਆਨ ਅਸੀਂ ਰੱਖਾਂਗੇ। ਮਾਣ ਕਰਨ ਲੋਕ। ਅੱਜ ਕਿਉਂ ਲੋਕ ਯਾਦ ਕਰਦੇ ਆ ਮਹਾਰਾਜਾ ਰਣਜੀਤ ਸਿੰਘ ਨੂੰ? ਜਦੋਂ ਅਸੀਂ ਯਾਦ ਕਰਦੇ ਹਾਂ, ਕਿਉਂ ਕਰਦੇ ਹਾਂਗੇ? ਚੰਗਾ ਰਾਜ ਦਿੱਤਾ ਉਹਨਾਂ ਨੇ। ਜਿਨ੍ਹਾਂ ਨੂੰ ਵੀ ਅਸੀਂ ਯਾਦ ਕਰਦੇ ਹਾਂ, ਕਿਉਂ ਯਾਦ ਕਰਦੇ ਹਾਂ? ਦੁਨੀਆ ਦੇ ਅੰਦਰ ਨੈਲਸਨ ਮੰਡੇਲਾ ਤੋਂ ਲੈ ਕੇ ਜਦੋਂ ਇਬਰਾਹਿਮ ਲਿੰਕਨ ਦੀ ਗੱਲ ਹੁੰਦੀ ਹੈ, ਕਿਉਂ ਹੁੰਦੀ ਹੈਗੀ? ਇਮਾਨਦਾਰ ਰਾਜ ਦੀ, ਚੰਗੇ ਰਾਜ ਦੀ, ਆਪਦੇ ਲੋਕਾਂ ਦੇ ਰਾਜ ਦੀ। ਲੋਕ ਲੀਡਰ ਕਿਹਨੂੰ ਮੰਨਦੇ ਨੇ? ਬਾਬਾ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਕਿਉਂ ਯਾਦ ਕਰਦਾ ਗਾ? ਅਸੀਂ ਆਪਣੇ ਗੁਰੂਆਂ ਨੂੰ ਯਾਦ ਕਿਉਂ ਕਰਦੇ ਆਂਗੇ? ਕਿਉਂਕਿ ਉਹਨਾਂ ਨੇ ਇੱਕ ਬਿਹਤਰ ਸੰਕਲਪ ਦਿੱਤੇ ਸਾਨੂੰ, ਉਹਨਾਂ ਨੇ ਇੱਕ ਬਿਹਤਰ ਸਿਸਟਮ ਦਿੱਤਾ ਸਾਨੂੰ। ਬਾਬਾ ਬੰਦਾ ਸਿੰਘ ਬਹਾਦਰ ਨੇ ਜਦੋਂ ਰਾਜ ਕੀਤਾ, ਪੰਜਾਬ ਦੇ ਲੋਕਾਂ ਨੂੰ ਜ਼ਮੀਨਾਂ ਦਿੱਤੀਆਂ, ਜਿਹੜੇ ਵਿਚਾਰੇ ਬੇਜ਼ਮੀਨੇ ਸੀ, ਜਿਨ੍ਹਾਂ ਕੋਲ ਕੋਈ ਜ਼ਮੀਨ ਨਹੀਂ ਸੀ। ਅੱਜ ਤੱਕ ਅਸੀਂ ਇਤਿਹਾਸ, ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਜਦੋਂ ਤੱਕ ਪੰਜਾਬ ਰਹੂਗਾ, ਉਹਨਾਂ ਨੂੰ ਭੁੱਲ ਨਹੀਂ ਸਕਦਾ। ਤਾਂ ਇਹਨਾਂ ਨੂੰ ਵੀ ਮਾੜਾ ਮੋਟਾ ਜੇ ਮੰਨਣ, ਭਾਈ ਕੈਪਟਨ ਨੂੰ ਐਂ ਕਿਉਂ ਨਹੀਂ ਲੱਗਦਾ ਵੀ ਕੈਪਟਨ ਨੂੰ ਵੀ ਯਾਦ ਕਰਨ ਲੋਕ? ਪੰਜਾਬ ਜਦੋਂ ਤੱਕ ਰਹੇ, ਕੈਪਟਨ ਨੂੰ ਯਾਦ ਕਰੇ ਕਿ ਯਾਰ ਕੈਪਟਨ ਇੱਕ ਮੁੱਖ ਮੰਤਰੀ ਹੁੰਦਾ ਸੀ, ਕੇਜਰੀਵਾਲ ਇੱਕ ਮੁੱਖ ਮੰਤਰੀ ਹੁੰਦਾ ਸੀ, ਮੋਦੀ ਇੱਕ ਪ੍ਰਧਾਨ ਮੰਤਰੀ ਹੁੰਦੇ ਸੀ, ਮਮਤਾ ਇੱਕ ਮੁੱਖ ਮੰਤਰੀ ਹੁੰਦੇ। ਸਾਰਿਆਂ ਨੂੰ ਅਸੀਂ ਤਾਂ, ਸਾਡੇ ਲਈ ਤਾਂ ਅਸੀਂ ਤਾਂ ਪੱਤਰਕਾਰ ਹਾਂ,
ਸਾਡੇ ਲਈ ਤਾਂ ਸਾਰੇ ਰਿਸਪੈਕਟਡ ਨੇ। ਸਾਰੀਆਂ ਪਾਰਟੀਆਂ, ਅਕਾਲੀ ਦਲ ਹੋਵੇ, ਕੋਈ ਪਾਰਟੀ ਹੋਵੇ, ਇਹ ਪਾਰਟੀਆਂ ਜੇ ਦਿਲੋਂ ਕੰਮ ਕਰਨ, ਇਹ ਨਹੀਂ ਕਰਦੀਆਂ। ਇਹਨਾਂ ਦੇ ਆਪਣੇ ਮਕਸਦ ਪਹਿਲਾਂ, ਆਪਣੀ ਪ੍ਰਾਇੋਰਟੀ ਆਪਣੇ ਕੰਮ ਨੇ ਵੀ ਪ੍ਰਾਈਵੇਟ ਪਲੇਅਰ ਆਊਗਾ, ਸਾਡਾ ਹਿੱਸਾ ਵਿੱਚ ਹੋਊਗਾ। ਇਹ ਮਸਲਾ ਜਦੋਂ ਵੀ ਕੋਈ ਵੱਡਾ ਪ੍ਰਾਈਵੇਟ ਪਲੇਅਰ ਆਉਂਦਾ, MOU ਸਾਈਨ ਹੁੰਦਾ, ਉਹਦਾ ਹਿੱਸਾ ਪੱਤੀਆਂ ਸਾਰੇ ਥਾਂ ਤੇ ਜਾਂਦੀਆਂ ਨੇ, ਅਫਸਰਾਂ ਤੋਂ ਲੈ ਕੇ ਮੰਤਰੀਆਂ ਤੋਂ ਲੈ ਕੇ ਪੁਲਿਸ 'ਚ, IASਾਂ 'ਚ, ਸਾਰੇ ਥਾਂ ਦੇ ਉੱਤੇ ਹਿੱਸਾ ਪੱਤੀਆਂ ਜਾਂਦੀਆਂ ਨੇ। ਉਹ ਇਨਵੈਸਟਮੈਂਟ ਜਦੋਂ ਆਉਂਦੀ ਆ, ਵੱਡਾ ਹਸਪੀਟਲ ਆ ਰਿਹਾ, ਖੁਸ਼ ਹੋ ਜਾਂਦੇ ਨੇ ਵੀ ਹਾਂ 4.5 ਰੁਪਏ। ਨਾਲ ਦੀ ਜ਼ਮੀਨ ਉਹ ਕਰਨਗੇ, ਕਿੱਥੇ ਆ ਰਿਹਾ, ਨਾਲ ਦੀ ਜ਼ਮੀਨ ਮਹਿੰਗੀ ਹੋ ਜੂ, ਉੱਥੇ ਪਹਿਲਾਂ ਇੱਕ ਲੀਡਰ ਜਾ ਕੇ ਜ਼ਮੀਨ ਖਰੀਦ ਲੈਂਦਾ, ਉੱਥੇ ਪਹਿਲਾਂ ਹੀ ਪੁਲਿਸ ਅਫਸਰ ਜਾ ਕੇ ਜ਼ਮੀਨ ਖਰੀਦ ਲੂ। ਇਹ ਕੰਮ ਚੱਲਦਾ ਗਾ। ਵੱਡੀ ਕੋਈ ਯੂਨੀਵਰਸਿਟੀ ਆ ਰਹੀ ਆ, ਪਹਿਲਾਂ ਹੀ ਉਹਦੇ ਆਲੇ ਦੁਆਲੇ ਜ਼ਮੀਨਾਂ ਖਰੀਦ ਲਈਆਂ ਜਾਣਗੀਆਂ, ਇੱਥੇ PG ਖੋਲ੍ਹ ਦਾਂਗੇ ਉਹਦੇ। ਇਹ ਤਾਂ ਮਾਨਸਿਕਤਾ ਸਾਡੇ ਲੀਡਰਾਂ ਦੀ। ਜੇ ਇਹ 'ਚੋਂ ਨਿਕਲਣਾ ਬਈ, ਤੁਹਾਨੂੰ ਪੈਸਾ ਤੁਸੀਂ ਕਰ ਲਿਆ ਇਕੱਠਾ, ਬਹੁਤ ਪੈਸਾ ਇਹਨਾਂ ਕੋਲੇ, ਪੈਸੇ ਦਾ ਕੋਈ ਤੋੜਾ ਕਿਸੇ ਲੀਡਰ ਕੋਲੇ। ਤੁਹਾਨੂੰ ਯਾਦ ਕਰੇ ਦੁਨੀਆ, ਰਹਿੰਦੀ ਦੁਨੀਆ ਤੱਕ, ਜੈਸੇ ਅਗਰ ਮਹਾਰਾਜਾ ਰਣਜੀਤ ਸਿੰਘ ਦਾ ਨਾਂ ਲੈਂਦੇ ਹਾਂ, ਬਾਬਾ ਬੰਦਾ ਸਿੰਘ ਬਹਾਦਰ ਦਾ ਨਾਂ ਲੈ ਰਹੇ ਹਾਂ, ਕਿਉਂ ਲੈ ਰਹੇ ਹਾਂ, ਰਹਿੰਦੀ ਦੁਨੀਆ ਤੱਕ ਤੁਹਾਨੂੰ ਯਾਦ ਕਰੇ। ਆਪਦੀ ਪਾਰਟੀ ਵੀ ਚਲਾਓ, ਪੈਸਿਆਂ ਨਾਲ ਹੀ ਚੱਲਣੀ ਆ ਉਹ। ਅਸੀਂ ਇਹ ਨਹੀਂ ਕਹਿੰਦੇਗੇ ਕਿ ਤੁਸੀਂ ਜਿਹੜਾ ਤੁਹਾਡਾ ਆਪਣਾ ਕੋਈ ਰੈਵਨਿਊ ਮਾਡਲ ਬਣਾਇਆ ਹੋਇਆ, ਉਹ ਪਹਿਲਾਂ ਵੀ ਚੱਲਦੀਆਂ ਸੀ ਪਾਰਟੀਆਂ, ਉਹ ਨਹੀਂ ਆ। ਪਰ ਜਦੋਂ ਤੁਹਾਡਾ ਮੁੱਖ ਮਕਸਦ ਹੀ ਇਸ ਗੱਲ ਦੇ ਉੱਤੇ ਹੋ ਜੇ ਕਿ ਅਸੀਂ ਤੇ ਪੈਸੇ, ਹੁਣ ਬਸ ਸਾਡਾ ਪੈਸੇ ਤੋਂ ਬਿਨਾਂ ਕੋਈ ਜਿਹੜਾ ਮਕਸਦ ਨਹੀਂ ਹੈਗਾ, ਤਾਂ ਫਿਰ ਤਾਂ ਇਹੀ ਕੁਛ ਹੋਣਾ ਗਾ। ਕੀ ਲੱਗਦਾ ਕਿ ਸਰਕਾਰਾਂ ਸਿਰਫ ਆਪਣੀ ਨਿੱਜੀ ਰਾਜਨੀਤੀ ਤੱਕ ਸੀਮਤ ਰਹਿ ਗਈਆਂ, ਆਮ ਲੋਕਾਂ ਦੀ ਜ਼ਿੰਦਗੀ ਦੇ, ਸਿਹਤ ਦੇ ਕੋਈ ਮਾਇਨੇ ਨਹੀਂ ਰਹਿ ਗਏ ਉਹਨਾਂ ਦੇ ਲਈ? ਨਹੀਂ, ਇਹ ਤਾਂ ਜਿਵੇਂ ਮੈਂ ਜ਼ਿਕਰ ਕਰ ਰਿਹਾ ਗਾ ਕਿ ਜਿਹੜਾ ਸਿੱਧੇ ਤੌਰ ਦੇ ਉੱਤੇ ਸਰਕਾਰਾਂ ਦੇ ਲਈ ਜਿਹੜਾ ਜੋ ਕੰਮ ਸਰਕਾਰਾਂ ਦਾ ਸੀ, ਉਹ ਕੰਮ ਸਰਕਾਰਾਂ ਨੇ ਪਿਛਲੇ ਦੌਰ 'ਚ ਨਹੀਂ ਕੀਤਾ ਗਾ। ਔਰ ਮੈਂ ਜ਼ਿਆਦਾ ਬੁਰਾ ਹਾਲ ਇਸ ਕਰਕੇ ਕਹਿ ਰਿਹਾ ਗਾ, ਜੇ ਤੁਸੀਂ ਦੇਖੋਗੇ ਨਾ 70s ਤੱਕ ਦੀ ਲੀਡਰਸ਼ਿਪ ਨੂੰ ਵੀ ਦੇਖੋਗੇ, ਇੱਕ ਸਰੋਕਾਰ ਹੁੰਦੇ ਸੀ। ਕਾਂਗਰਸ ਹੋਵੇ, BJP ਹੋਵੇ, ਕੋਈ ਪਾਰਟੀ ਹੋਵੇ, ਲੀਡਰਾਂ ਦੇ ਨਾ ਇੱਕ ਸਰੋਕਾਰ ਹੁੰਦੇ ਸੀ। ਲੀਡਰ ਸ਼ਰਮ ਮੰਨਦੇ ਹੁੰਦੇ ਸੀ। ਲੀਡਰ ਸ਼ਰਮ ਮੰਨਣੋਂ ਹਟ ਗਏ, ਸ਼ਰਮ ਲਾਤੀ ਉਹਨਾਂ ਨੇ। ਇੱਕ ਸ਼ਰਮ ਮੰਨਦੇ ਸੀ, ਯਾਰ ਸਾਡੇ ਇਲਾਕੇ ਦੇ ਅੰਦਰ ਸਾਡੇ, ਮੈਨੂੰ ਐਂ ਨਾ ਕਹਿ ਦੇ ਕੋਈ, ਮੈਨੂੰ ਐਂ ਨਾ ਕਹਿ ਦੇ ਕੋਈ। ਹੁਣ ਤੇ ਇਹ ਹੋ ਗਿਆ, ਕੋਈ ਗੱਲ ਨਹੀਂ, IT ਸੈੱਲ ਲਾ ਦਿਓ। ਹਾਂ, ਉਹ ਕਮੈਂਟ ਡਿਲੀਟ ਕਰਦੇ ਆ, ਆਪਦੇ IT ਸੈੱਲ ਤੋਂ ਕਰਾਉਂਦੇ ਜਾਓ। ਇਹ ਤਾਂ ਕੰਮ ਹੋ ਗਿਆ ਲੀਡਰਾਂ ਦਾ। ਪਹਿਲਾਂ ਲੀਡਰਾਂ ਨੂੰ ਹੁੰਦਾ 70s ਤੱਕ, 80s ਤੱਕ ਤੋਂ ਪਹਿਲਾਂ ਇੱਕ ਤੁਸੀਂ ਦੇਖੋਗੇ ਨਾ ਉਹ ਲੀਡਰਾਂ ਦੇ ਬਾਰੇ, ਜੇ ਤੁਸੀਂ ਪੜ੍ਹਦੇ ਹੋ ਤੁਹਾਨੂੰ ਸਮਝ ਆਉਂਦਾ ਕਿੰਨਾ ਉਹ ਖਿਆਲ ਰੱਖਦੇ ਸੀ ਉਹਨਾਂ ਲੀਡਰਾਂ ਦੇ ਬਾਰੇ। ਉਹਨਾਂ ਦੇ ਇਲਾਕੇ ਜਾ ਕੇ ਹੁਣ ਗੱਲ ਕਰੋ, ਉਹਨਾਂ ਲੀਡਰਾਂ ਦੇ ਜਿਹੜੇ ਉਹਨਾਂ ਦੇ ਬੱਚੇ ਹੋਏ ਨੇ, ਉਹਨਾਂ ਦੀ ਹੁਣ ਵੀ ਇੱਕ ਲੈਵਲ 'ਤੇ ਰਿਸਪੈਕਟ ਆ। ਹੁਣ ਵੀ ਅਗਲੇ ਕਹਿੰਦੇ ਨਹੀਂ ਯਾਰ। ਉਦੋਂ ਬਾਅਦ ਦੀ ਜਿਹੜੀ ਲੀਡਰਸ਼ਿਪ ਪੈਦਾ ਹੋਈ ਹੈਗੀ, ਉਹ ਤਾਂ ਇੰਨੀ, ਉਹਦਾ ਕੋਈ ਸਰੋਕਾਰ ਹੀ ਨਹੀਂਗਾ। ਮੈਂ ਨਹੀਂ ਕਹਿੰਦਾ ਸਾਰੇ ਇਹੋ ਜਿਹੇ ਨੇ, ਉਹਨਾਂ 'ਚ ਵੀ ਕੋਈ ਚੰਗੇ ਨਹੀਂ ਹੋਣਗੇ, ਉਹਨਾਂ ਪਾਰਟੀਆਂ 'ਚ ਐ ਨਹੀਂ ਹੈਗਾ ਗਾ, ਪਰ ਜ਼ਿਆਦਾਤਰ ਇਹ ਹੋ ਗਏ, ਜ਼ਿਆਦਾਤਰ ਲੀਡਰ ਉਹਨਾਂ 'ਚੋਂ ਹੋ ਗਏ ਜਿਨ੍ਹਾਂ ਨੂੰ ਲੱਗਦਾ ਕੁਛ ਨਹੀਂ ਹੁੰਦਾ, IT ਸੈੱਲ ਬਣਾਓ, IT ਸੈੱਲ ਜਵਾਬ ਦੇ ਜਾਊਗਾ। ਪਾਰਟੀਆਂ ਨੂੰ ਲੱਗਦਾ IT ਸੈੱਲ ਕਰੂਗਾ। ਬਈ IT ਸੈੱਲ ਦੀ ਤਾਂ ਲੋੜ ਹੀ ਨਾ ਪਵੇ। ਜੇ ਤੁਹਾਡੇ ਕੋਲ ਗੱਲ ਹੋਵੇ, ਜਿਹੜੇ ਬੰਦੇ ਕੋਲ ਗੱਲ ਹੋਊ, ਉਹਨੂੰ IT ਸੈੱਲ ਦੀ ਲੋੜ ਨਹੀਂ ਪਊ ਕਦੇ। ਜੇ ਤੁਹਾਡੇ ਕੋਲ ਕਹਿਣ ਨੂੰ ਕੋਈ ਗੱਲ ਆ, ਤੁਹਾਨੂੰ IT ਸੈੱਲ ਦੀ ਲੋੜ ਨਹੀਂ ਹੈਗੀ। ਤੁਹਾਨੂੰ ਲੋਕ ਆਪਦਾ ਲੀਡਰ ਮੰਨਣਗੇ, ਜਿਵੇਂ ਆਪਾਂ ਕੱਲ੍ਹ ਕਿਹਾ ਸੀ, ਤੁਹਾਨੂੰ ਮੰਨਣਗੇ ਲੋਕ ਕਿ ਹਾਂ ਯਾਰ ਇਹ ਸੰਕਟ ਕਰੋਨਾ 'ਚ ਨਿਕਲ ਕੇ ਅਗਰ ਲੀਡਰ ਲੜਦੇ ਹੁਣ, ਲੋਕ ਕਹਿਣੇ ਸਾਡੇ ਲੀਡਰ ਨੇ। ਤੁਸੀਂ ਦੇਖੋ ਇਲੈਕਸ਼ਨਾਂ 'ਚ ਜਿਨ੍ਹਾਂ ਨੂੰ ਲੀਡਰ ਮੰਨ ਲੈਂਦੇ ਨੇ ਲੋਕ, ਸੰਕਟ ਵੇਲੇ ਉਹਨਾਂ ਨੂੰ ਲੀਡਰ ਨਹੀਂ ਮੰਨਦੇ। ਕਿਸਾਨੀ ਧਰਨੇ 'ਚ ਕਿਸੇ ਨੇ ਪੰਜਾਬ ਦੇ ਲੀਡਰ ਨੂੰ ਕਿਸੇ ਨੂੰ ਮੰਨਿਆ ਗਾ? ਕੈਪਟਨ ਨੂੰ ਲੀਡਰ ਮੰਨਿਆ ਕਿਸੇ ਨੇ? ਨਹੀਂ ਮੰਨਿਆ। ਸੁਖਬੀਰ ਨੂੰ ਲੀਡਰ ਮੰਨਿਆ ਕਿਸੇ ਨੇ? ਨਹੀਂ ਮੰਨਿਆ। ਆਮ ਆਦਮੀ ਪਾਰਟੀ ਦੇ ਭਗਵੰਤ ਨੂੰ ਲੀਡਰ ਮੰਨਿਆ ਜਾਂ ਕੇਜਰੀਵਾਲ ਨੂੰ ਲੀਡਰ ਮੰਨਿਆ ਕਿਸੇ ਨੂੰ? ਕਿਸਾਨ ਮੂਵਮੈਂਟ ਦੇ ਅੰਦਰ ਲੀਡਰ ਕਿਹਨਾਂ ਨੂੰ ਮੰਨਿਆ ਲੋਕਾਂ ਨੇ? ਕਿਉਂ ਮੰਨਿਆ? ਕਿਉਂਕਿ ਉਹਨਾਂ ਦਾ ਯਕੀਨ ਆ, ਉਹਨਾਂ ਨੂੰ ਮਿਨੀਮਮ ਯਕੀਨ ਹੀ ਹੋਵੇ, ਚਾਹੇ ਘੱਟੋ ਘੱਟ। ਇਹਨਾਂ ਤੇ ਘੱਟੋ ਘੱਟ ਯਕੀਨ ਵੀ ਨਹੀਂ ਹੈਗਾ ਉਹਨਾਂ ਨੂੰ। ਇਸ ਕਰਕੇ ਹੈ ਕਿ ਉਹ ਇਵੈਂਟ ਆ, ਇਲੈਕਸ਼ਨ ਇੱਕ ਇਵੈਂਟ ਹੋ ਗਿਆ। ਤੁਹਾਨੂੰ ਪਤਾ ਹੈਗਾ ਸਾਡੇ ਕੋਲ ਪੈਸਾ ਗਾ, IT ਸੈੱਲ ਹੈਗਾ, ਪ੍ਰਸ਼ਾਂਤ ਕਿਸ਼ੋਰ ਵਰਗੇ ਮੈਨੇਜਰ ਨੇ, ਮੈਨੇਜ ਕਰ ਲਾਂਗੇ ਇਲੈਕਸ਼ਨ ਨੂੰ। ਪਰ ਇਸੇ ਕਰਕੇ ਪਾਰਟੀਆਂ ਦਾ ਫਿਰ ਬੁਰਾ ਹਾਲ ਹੁੰਦਾ। ਜੇ ਤੁਹਾਡੇ 'ਚ ਜੁਰਤ ਹੋਵੇ, ਤੁਹਾਨੂੰ ਮੰਨਦੇ ਹੋਣ ਲੀਡਰ, ਅੱਜ ਕਰੋਨਾ 'ਚ ਕੋਈ ਨਿਕਲ ਕੇ ਲੜੇ ਲੋਕਾਂ ਲਈ, ਲੋਕ ਲੀਡਰ ਮੰਨ ਲੈਣਗੇ। ਜਦੋਂ ਵੀ ਕੋਈ ਕੰਮ ਕਰਦਾ ਇੱਕ ਲੈਵਲ ਦੇ ਉੱਤੇ, ਉਹਨੂੰ ਮੰਨਦੇ ਆ ਲੋਕ ਕਿ ਯਾਰ ਇਹ ਕੰਮ ਕਰ ਰਿਹਾ ਸਾਡੇ ਲਈ। ਆਮ ਬੰਦਾ ਜਦੋਂ ਨਿਕਲ ਕੇ ਘਰੋਂ ਤੁਰ ਪੈਂਦਾ, ਲੋਕ ਉਹਨੂੰ ਲੀਡਰ ਮੰਨਣ ਲੱਗਣ ਲੱਗ। ਤਾਂ ਇਹਨਾਂ ਬੰਦਿਆਂ ਨੇ ਪਿਛਲੇ ਸਾਲਾਂ ਦੇ ਅੰਦਰ ਜਿਹੜੀ ਗਿਰਾਵਟ ਆਈ ਆ ਸਾਡੀ ਸਿਆਸਤ ਦੇ ਅੰਦਰ, ਜਿਹੜੀ ਸਰੋਕਾਰਾਂ ਤੋਂ ਟੁੱਟ ਗਈ, ਲੀਡਰਾਂ ਨੂੰ ਲੱਗਣ ਲੱਗਾ ਕੋਈ ਗੱਲ ਨਹੀਂ, ਕਹਿੰਦੇ ਕਹੀ ਜਾਣ ਦਿਓ। ਜਿਹੜੀ ਇਹ ਆ ਗਿਆ ਨਾ, ਇਹਨੇ ਸਾਡੀ ਸਿਆਸਤ ਦਾ ਇੰਨਾ ਜ਼ਿਆਦਾ ਭੱਠਾ ਬਿਠਾਇਆ ਹੈਗਾ। ਲੀਡਰਾਂ ਨੇ ਜਿਹੜਾ ਇਹ ਸੱਦ 'ਤੇ ਜਾ ਕੇ ਲੋਕਾਂ ਦੇ ਨਾਲ ਇੱਕ ਸਰੋਕਾਰ, ਸਾਰੀਆਂ ਪਾਰਟੀਆਂ ਦੀ ਗੱਲ ਕਰ ਰਿਹਾ ਮੈਂ, ਕੋਈ ਠੀਕ ਆ ਉਹਦੇ 'ਚ ਕੁਛ ਲੀਡਰ ਹੋਣਗੇ ਚੰਗੇ, ਮੈਂ ਨਹੀਂ ਕਹਿੰਦਾ ਚੰਗੇ ਨਹੀਂ ਹੈਗੇ, ਚੰਗੇ ਵੀ ਹੈਗੇ ਨੇ, ਸਿਰੇ ਦੇ ਮਾੜੇ ਵੀ ਨੇ ਤੇ ਚੰਗੇ ਵੀ ਹੈਗੇ ਨੇ। ਪਰ ਗੱਲ ਇਹੀ ਹੈਗਾ ਕਿ ਮਾੜੇ ਵਾਲੇ ਨੇ ਤੇ ਚੰਗੇ ਘੱਟ ਨੇ। ਇਸੇ ਕਰਕੇ ਸਾਡੇ ਸਿਸਟਮ ਦਾ ਇਹ ਹਾਲ ਹੁੰਦਾ। ਜੇ ਕਿਤੇ ਇਹ ਸਰੋਕਾਰ ਹੋਵੇ, ਮੈਂ ਨਹੀਂ ਕਹਿੰਦਾ ਕਿ ਕੇਜਰੀਵਾਲ ਨੇ ਕੋਈ ਬਹੁਤ ਮਹਾਨ ਕੰਮ ਕਰਤਾ ਇਹ ਪੈਕੇਜ ਦੇ ਕੇ, ਪਰ ਇੱਕ ਬੇਸਿਕ ਜ਼ਿੰਮੇਵਾਰੀ ਹੈ, ਕੇਜਰੀਵਾਲ ਦੀ ਜ਼ਿੰਮੇਵਾਰੀ ਹੈ। ਕੇਜਰੀਵਾਲ ਨੇ ਕੋਈ ਆਸਾਨ ਨਹੀਂ ਕੀਤਾ ਕਿਸੇ 'ਤੇ, ਪਰ ਬਾਕੀਆਂ ਨੂੰ ਵੀ ਚਾਹੀਦਾ। ਜੋ ਪਹਿਲ ਕਦਮੀ ਅੱਜ ਅਰਵਿੰਦ ਕੇਜਰੀਵਾਲ ਨੇ ਕੀਤੀ ਹੈ, ਇਹ ਪਹਿਲ ਕਦਮੀਆਂ ਇਸ ਟਾਈਮ
ਕਰਨ ਦੀ ਲੋੜ ਹੈ। ਸਰਕਾਰਾਂ ਨੂੰ ਬਾਕੀ ਚੀਜ਼ਾਂ ਚਾਹੇ ਘਟਾ ਲੈਣ, ਬਾਕੀ ਬਜਟ ਘਟਾ ਲਓ, ਬਾਕੀ ਕੁਝ ਵੀ ਕਰ ਲਓ, ਲੋਕਾਂ ਨੂੰ ਇਸ ਟਾਈਮ ਗਰੀਬ ਬੰਦੇ ਨੂੰ ਵਿਚਾਰੇ ਨੂੰ ਕੋਈ ਭੁੱਖਾ ਨਹੀਂ ਮਰਨਾ ਚਾਹੀਦਾ, ਕੋਈ ਸਿਹਤ ਸਹੂਲਤ ਕੰਨੀ ਉਹਨੂੰ ਮਰਨਾ ਚਾਹੀਦਾ। ਤੇ ਹਰ ਬੱਚੇ, ਹਰ ਕਿਸੇ ਗਰੀਬ ਦੇ ਬੱਚੇ ਨੂੰ ਐਜੂਕੇਸ਼ਨ ਮਿਲਣੀ ਚਾਹੀਦੀ ਹੈ, ਹਰ ਗਰੀਬ ਪਰਿਵਾਰ ਨੂੰ ਸਿਹਤ ਸਹੂਲਤ ਮਿਲਣੀ ਚਾਹੀਦੀ ਹੈ। ਇਹ ਸ਼ੋਰਿਟੀ ਕਰਾਉਣਾ ਇਸ ਟਾਈਮ ਖਾਸ ਤੌਰ 'ਤੇ ਸੰਕਟ ਦੇ ਦੌਰ 'ਚ ਇੱਕ ਐਕਸਟਰਾਆਰਡਨਰੀ ਦੌਰ ਹੈ, ਇਹ ਆਮ ਦੌਰ ਨਹੀਂ ਹੈ, ਸਧਾਰਨ ਦੌਰ ਨਹੀਂ, ਆਪਾਂ ਨੂੰ ਸਭ ਨੂੰ ਪਤਾ ਇਹ ਅਸਧਾਰਨ ਦੌਰ ਆ, ਅਸਧਾਰਨ ਗੱਲ ਹੈ। ਤਾਂ ਇਹਦੇ 'ਚ ਇਹਨਾਂ ਪਾਰਟੀਆਂ ਨੂੰ ਖੁੱਲ੍ਹਦਿਲੀ ਦੇ ਨਾਲ ਇਹ ਸਾਰੀ ਗੱਲ ਕਰਨ ਦੀ ਲੋੜ ਆ ਤੇ ਖੁੱਲ੍ਹਦਿਲੀ ਦੇ ਨਾਲ ਇਨੀਸ਼ੀਏਟਿਵ ਲੈਣ ਦੀ ਜ਼ਰੂਰੀ ਨਹੀਂ ਜਿਹਦੀ ਸਰਕਾਰ ਆ, ਸਰਕਾਰ ਤੋਂ ਬਿਨਾਂ ਵੀ ਕਰ ਲੈਣ ਕੁਛ, ਜਿਵੇਂ ਕਰਦੇ ਨੇ। ਇਹੀ ਜਿਹੀ ਗੱਲ ਨਹੀਂ ਕਿ ਬਾਕੀ ਪਾਰਟੀਆਂ ਨੇ ਇਨੀਸ਼ੀਏਟਿਵ ਨਹੀਂ ਲਿਆ, ਪਹਿਲ ਕਦਮੀ ਨਹੀਂ ਕੀਤੀ, ਜਿਵੇਂ ਅਕਾਲੀ ਦਲ ਨੇ ਪਿੱਛੇ ਪਲਾਜ਼ਮਾ ਬੈਂਕ ਯੂਥ ਅਕਾਲੀ ਦਲ ਨੇ ਕਿਹਾ, ਹੋਰ ਪਾਰਟੀਆਂ ਵੀ ਅਸੀਂ ਦੇਖ ਰਹੇ ਹਾਂ, ਕਾਂਗਰਸ ਦੀ ਯੂਥ ਕਾਂਗਰਸ ਵੀ ਕਰ ਰਹੀ ਆ, ਹੋਰ ਵੀ ਆਮ ਆਦਮੀ ਪਾਰਟੀ ਦਾ ਵੀ ਆ, ਉਹ ਕਰ ਰਹੇ ਨੇ ਆਪਣੇ ਆਪਣੇ ਲੈਵਲ 'ਤੇ, ਪਰ ਉਹਨਾਂ ਨੂੰ ਵੱਡੇ ਇਨੀਸ਼ੀਏਟਿਵ ਲੈਣ ਦੀ ਲੋੜ ਆ, ਹੋਰ ਜ਼ਿਆਦਾ ਖੁੱਲ੍ਹਦਿਲੀ ਦੇ ਨਾਲ ਲੋਕਾਂ 'ਚ ਜਾਣ। ਔਰ ਉਹਨਾਂ ਨੂੰ ਇਹ ਮੰਨਣਾ ਚਾਹੀਦਾ, ਲੋਕ ਤੁਹਾਨੂੰ ਉਦੋਂ ਲੀਡਰ ਵੀ ਮੰਨਣਗੇ, ਲੋਕ ਤੁਹਾਨੂੰ ਹਮੇਸ਼ਾ ਯਾਦ ਰੱਖਣਗੇ ਜਦੋਂ ਸੰਕਟ ਦੀ ਘੜੀ 'ਚ ਜਿਹੜਾ ਲੋਕਾਂ ਨਾਲ ਖੜਾ ਹੋਊਗਾ ਲੀਡਰ ਉਹ ਹੁੰਦਾ ਗਾ। ਤੇ ਸੰਕਟ ਦੀ ਘੜੀ 'ਚ ਖੜੇ ਹੋਣ ਦੀ ਲੋੜ ਆ, ਸੰਕਟ ਦੀ ਘੜੀ 'ਚ ਪਹਿਲ ਕਦਮੀਆਂ ਕਰਨ ਦੀ ਲੋੜ ਆ। ਪੈਸਾ ਇਕੱਲਾ ਇਹੀ ਨਾ ਕਰੀ ਜਾਣ ਪਾਰਟੀਆਂ ਵੀ, ਚਲੋ ਕੈਪਟਨ ਦੀ ਤਾਂ ਸਰਕਾਰ ਹੈ ਕੈਪਟਨ ਦੇ ਦੂ, ਬਾਕੀ ਪਾਰਟੀਆਂ ਵੀ ਪੈਸੇ ਵਾਲੀਆਂ ਨੇ, ਸਾਨੂੰ ਸਭ ਨੂੰ ਪਤਾ। ਬਾਕੀ ਪੰਜਾਬ ਦੇ ਬੜੇ ਅਮੀਰ ਲੀਡਰ ਨੇ, ਪੰਜਾਬ 'ਚ ਬੜੇ ਲੀਡਰ, ਮੈਂ 100 ਲੀਡਰਾਂ ਦੀ ਇਹੋ ਜਿਹੀ ਲਿਸਟ ਦੱਸ ਜਿਹੜੇ ਅਰਬਾਂਪਤੀ ਨੇਗੇ। ਕੀ ਫਰਕ ਪੈਂਦਾ ਤੁਹਾਨੂੰ ਜੇ ਤੁਸੀਂ 2-2 4-4 ਕਰੋੜ ਰੁਪਈਆ ਖਰਚ ਦੋਗੇ, ਜਿਨ੍ਹਾਂ ਕੋਲ ਅਰਬਾਂ ਦੀ ਜਾਇਦਾਦ ਆ, ਕੀ ਆ ਜੇ ਖਰਚ ਦੋਗੇ? ਪਰ ਉਹ ਨਹੀਂ ਖਰਚਣਗੇ, ਇਹੀ ਤਰਾਸਦੀ ਹੈ। ਲੋਕਾਂ ਦੇ ਨਾਲ ਖੜੇ ਹੋ, ਲੋਕਾਂ ਨੂੰ ਆਰਥਿਕ ਤੌਰ 'ਤੇ ਵੀ ਮਦਦ ਕਰੋ, ਲੋਕਾਂ ਨੂੰ ਸਮਾਜਿਕ ਤੌਰ ਦੇ ਉੱਤੇ ਵੀ, ਤੇ ਰਾਜਨੀਤਿਕ ਤੌਰ 'ਤੇ ਤੁਹਾਨੂੰ ਕੁਝ ਕਹਿਣ ਦੀ ਲੋੜ ਨਹੀਂ ਪਊ। ਇਹੀ ਸਭ ਤੋਂ ਵੱਡੀ ਰਾਜਨੀਤੀ ਕੰਮ ਹੁੰਦਾ, ਸਭ ਤੋਂ ਵੱਡੀ ਰਾਜਨੀਤੀ ਤੁਹਾਡਾ ਕਿਰਦਾਰ ਹੁੰਦਾ, ਸਭ ਤੋਂ ਵੱਡੀ ਰਾਜਨੀਤੀ ਤੁਹਾਡੀ ਉਹ ਗੱਲ ਹੁੰਦੀ ਹੈ ਜਿਹੜੀ ਤੁਹਾਨੂੰ ਕਹਿਣ ਦੀ ਲੋੜ ਨਹੀਂ ਪੈਂਦੀ। ਤੇ ਇਸ ਕਰਕੇ ਜੇ ਤੁਸੀਂ ਲੋਕਾਂ 'ਚ ਹੋਵੋਗੇ, ਤੁਸੀਂ ਆਪੇ ਰਾਜਨੀਤਿਕ ਤੌਰ 'ਤੇ ਜਿਉਂਦੇ ਰਹੋਗੇ। ਤੇ ਪਰ ਰਾਜਨੀਤਿਕ ਤੌਰ 'ਤੇ ਜਿਉਂਦੇ ਰਹਿਣ ਲਈ ਪ੍ਰਸ਼ਾਂਤ ਕਿਸ਼ੋਰ ਨੂੰ ਦੇ ਦੇਣਗੇ 100 ਕਰੋੜ ਰੁਪਈਆ, ਹੁਣ ਨਹੀਂ ਕੁਛ ਕਰਨਗੇ। ਜੇ ਹੁਣ ਕਰ ਲੈਣ ਤਾਂ ਲੋਕ ਆਪੇ ਲੀਡਰ ਮੰਨ ਲੈਣਗੇ ਉਹਨਾਂ ਨੂੰ। ਤਾਂ ਬਿਲਕੁਲ ਕੇਜਰੀਵਾਲ ਦੇ ਵੱਲੋਂ ਕੀਤੇ ਗਏ ਐਲਾਨਾਂ ਤੋਂ, ਗਰੀਬਾਂ ਤੇ ਮਜ਼ਦੂਰਾਂ ਦੇ ਲਈ ਕੀਤੇ ਐਲਾਨਾਂ ਤੋਂ ਕੇਂਦਰ ਤੇ ਸੂਬਾ ਸਰਕਾਰਾਂ ਨੂੰ ਵੀ ਸੇਧ ਲੈਣੀ ਚਾਹੀਦੀ ਹੈ। ਲੋਕਾਂ ਦੀ ਸਿਹਤ ਹੀ ਸਰਕਾਰ ਦੇ ਲਈ ਜ਼ਰੂਰੀ ਹੋਣੀ ਚਾਹੀਦੀ ਹੈ। ਕਿਸੇ ਨਾ ਕਿਸੇ ਪੈਕੇਜ ਦਾ ਐਲਾਨ ਕਰਨਾ ਚਾਹੀਦਾ। ਕੇਜਰੀਵਾਲ ਦੇ ਵੱਲੋਂ ਵੀ ਇਹ ਕਿਹਾ ਗਿਆ ਕਿ ਹੁਣ ਰਾਜਨੀਤੀ ਨੂੰ ਭੁੱਲ ਕੇ ਲੋਕਾਂ ਦੀ ਸਿਹਤ ਦਾ ਧਿਆਨ ਰੱਖਿਆ ਜਾਵੇ।